ਸਤਿ ਸ਼੍ਰੀ ਅਕਾਲ ਦੋਸਤੋ, ਲੈ ਕੇ ਹਾਜ਼ਰ ਹਾਂ ਨਵੀਂ ਕਹਾਣੀ। ਮੇਰਾ ਨਾਮ ਰਜੇਸ਼ ਆ। ਮੇਰੇ ਦੋ ਬੱਚੇ ਹਨ। ਸਾਡੀ ਸਾਰੀ ਜ਼ਿੰਦਗੀ ਮੈਂ ਆਪਣੇ ਬੱਚਿਆਂ ਨੂੰ ਬਹੁਤ ਪਿਆਰ ਦਿੱਤਾ। ਆਖਰਕਾਰ ਮੈਂ ਬਹੁਤ ਵੱਡਾ ਬਿਜ਼ਨਸਮੈਨ ਸੀ। ਆਪਣੇ ਬੱਚਿਆਂ ਨੂੰ ਹਰ ਤਰ੍ਹਾਂ ਦੀ ਫੈਸਿਲਿਟੀ ਅਤੇ ਹਰ ਤਰ੍ਹਾਂ ਦੀ ਖੁਸ਼ੀ ਦੇ ਕੇ ਮੈਨੂੰ ਬਹੁਤ ਸਕੂਨ ਮਿਲਦਾ ਸੀ। ਆਖਰ ਇਹ ਸਭ ਕੁਝ ਮੈਂ ਆਪਣੇ ਬੱਚਿਆਂ ਦੇ ਲਈ ਹੀ ਤਾਂ ਕਰ ਰਿਹਾ ਸੀ। ਕਦੇ ਵੀ ਮੈਂ ਆਪਣੇ ਬੱਚਿਆਂ ਉੱਤੇ ਰੋਕ ਟੋਕ ਨਹੀਂ ਕੀਤੀ ਸੀ। ਸਾਡੇ ਘਰ ਵਿੱਚ ਢੇਰ ਸਾਰੇ ਨੌਕਰ ਚਾਕਰ ਕੰਮ ਕਰਦੇ ਸੀ। ਇਹ ਗੱਲ ਉਦੋਂ ਦੀ ਆ ਜਦੋਂ ਮੇਰਾ ਬੇਟਾ ਅਰਜਨ 23 ਸਾਲ ਦੀ ਉਮਰ ਦਾ ਸੀ ਤੇ ਮੇਰੀ ਬੇਟੀ ਸੌਮਿਆ 19 ਸਾਲ ਦੀ ਸੀ। ਮੇਰੀ ਬੇਟੀ ਲੰਡਨ ਪੜ੍ਹਨ ਦੇ ਲਈ ਗਈ ਹੋਈ ਸੀ, ਜਦਕਿ ਮੇਰਾ ਬੇਟਾ ਆਪਣੇ ਹੀ ਸ਼ਹਿਰ ਵਿੱਚ ਰਹਿ ਕੇ ਆਪਣੀ ਪੜ੍ਹਾਈ ਕੰਪਲੀਟ ਕਰ ਰਿਹਾ ਸੀ, ਕਿਉਂਕਿ ਉਸ ਦੇ ਦੋਸਤ ਵੀ ਇੱਥੇ ਹੀ ਸਨ। ਮੈਂ ਚਾਹੁੰਦਾ ਸੀ ਕਿ ਅਰਜਨ ਜਲਦੀ ਹੀ ਮੇਰੀ ਬਰਾਬਰੀ ਉੱਤੇ ਆ ਜਾਵੇ, ਮੇਰੇ ਕੰਮ ਨੂੰ ਸੰਭਾਲਣ ਲੱਗੇ, ਪਰ ਹਾਲੇ ਉਸ ਨੂੰ ਆਪਣੀ ਜ਼ਿੰਦਗੀ ਨੂੰ ਇੰਜੋਏ ਕਰਨਾ ਸੀ। ਮੈਂ ਆਪਣੇ ਜਵਾਨ ਬੱਚਿਆਂ ਦੀ ਜ਼ਿੰਦਗੀ ਵਿੱਚ ਜ਼ਿਆਦਾ ਇੰਟਰਫੇਅਰ ਨਹੀਂ ਕਰਦਾ ਸੀ। ਆਖਰਕਾਰ ਹੁਣ ਉਹਨਾਂ ਦੀ ਜ਼ਿੰਦਗੀ ਜੀਣ ਦੀ ਉਮਰ ਸੀ। ਵੈਸੇ ਵੀ ਉਮਰ ਗੁਜ਼ਾਰਨ ਦੇ ਬਾਅਦ ਲੋਕ ਆਪਣੇ ਕੰਮ ਉੱਤੇ ਹੀ ਧਿਆਨ ਦਿੰਦੇ ਹਨ ਤੇ ਫਿਰ ਉਹਨਾਂ ਦੇ ਕੋਲ ਜ਼ਿੰਦਗੀ ਇੰਜੋਏ ਕਰਨ ਦਾ ਵਕਤ ਹੀ ਨਹੀਂ ਹੁੰਦਾ। ਮੈਂ ਵੀ ਕੁਝ ਅਜਿਹੇ ਹੀ ਖਿਆਲ ਰੱਖਦਾ ਸੀ। ਮੇਰੀ ਪਤਨੀ ਬਹੁਤ ਮਾਡਰਨ ਖਿਆਲਾਂ ਦੀ ਸੀ। ਉਹ ਆਪਣੇ ਬੱਚਿਆਂ ਉੱਤੇ ਘੱਟ ਬਲਕਿ ਆਪਣੇ ਦੋਸਤਾਂ ਉੱਤੇ ਜ਼ਿਆਦਾ ਧਿਆਨ ਦਿੰਦੀ ਸੀ, ਲੇਕਿਨ ਫਿਰ ਵੀ ਮੇਰੇ ਬੱਚੇ ਆਪਣੇ ਪੇਰੈਂਟਸ ਨੂੰ ਬਰਾਬਰ ਦਾ ਪਿਆਰ ਕਰਦੇ ਸੀ। ਜ਼ਿੰਦਗੀ ਇਸੇ ਤਰ੍ਹਾਂ ਹੀ ਬਹੁਤ ਖੁਸ਼ਹਾਲ ਲੰਘ ਰਹੀ ਸੀ। ਮੇਰੀ ਬੇਟੀ ਦੀ ਪੜ੍ਹਾਈ ਵੀ ਪੂਰੀ ਹੋਣ ਵਾਲੀ ਸੀ ਤੇ ਕੁਝ ਦਿਨਾਂ ਬਾਅਦ ਹੀ ਇੰਡੀਆ ਵਾਪਸ ਆ ਰਹੀ ਸੀ, ਪਰ ਅਰਜਨ ਹੁਣ ਅੱਗੇ ਪੜ੍ਹਨਾ ਨਹੀਂ ਚਾਹੁੰਦਾ ਸੀ। ਉਹ ਹਮੇਸ਼ਾ ਆਪਣੇ ਦੋਸਤਾਂ ਦੇ ਨਾਲ ਘੁੰਮਦਾ ਫਿਰਦਾ ਰਹਿੰਦਾ, ਕਦੇ ਕਿਤੇ ਟ੍ਰਿਪ ਉੱਤੇ ਜਾਂਦਾ, ਕਦੇ ਕਿਤੇ। ਕਈ ਦਿਨਾਂ ਤੱਕ ਆਪਣੇ ਦੋਸਤਾਂ ਦੇ ਨਾਲ ਗਾਇਬ ਰਹਿੰਦਾ। ਮੈਂ ਉਸ ਤੋਂ ਜ਼ਿਆਦਾ ਪੁੱਛ ਗਿੱਛ ਨਹੀਂ ਕਰਦਾ ਸੀ, ਕਿਉਂਕਿ ਮੈਂ ਵੀ ਜ਼ਿਆਦਾਤਰ ਆਪਣੇ ਕੰਮ ਵਿੱਚ ਬਿਜ਼ੀ ਰਹਿੰਦਾ ਸੀ। ਇਹ ਕੰਮ ਮੇਰੀ ਪਤਨੀ ਦੇ ਸੀ ਕਿ ਬੱਚੇ ਕੀ ਕਰਦੇ ਆ ਕੀ ਨਹੀਂ ਕਰਦੇ। ਉਸ ਨੂੰ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਸੀ, ਪਰ ਉਹ ਤਾਂ ਹਰ ਗੱਲ ਉੱਤੇ ਆਜ਼ਾਦ ਸੀ। ਸਾਡੇ ਘਰ ਵਿੱਚ ਇੱਕ ਬਹੁਤ ਪੁਰਾਣੀ ਨੌਕਰਾਣੀ ਕਾਮਣੀ ਰਹਿੰਦੀ ਸੀ। ਅਸੀਂ ਕਾਮਣੀ ਉੱਤੇ ਬਹੁਤ ਭਰੋਸਾ ਕਰਦੇ ਸੀ, ਲੇਕਿਨ ਹੁਣ ਉਹ ਬੁੱਢੀ ਹੋਣ ਲੱਗੀ। ਆਖਰਕਾਰ ਉਹ ਬਹੁਤ ਸਾਲਾਂ ਤੋਂ ਸਾਡੇ ਘਰ ਵਿੱਚ ਕੰਮ ਕਰ ਰਹੀ ਸੀ। ਉਸਨੇ ਸਾਡਾ ਨਮਕ ਖਾਧਾ ਸੀ। ਉਹ ਹਮੇਸ਼ਾ ਸਾਡੇ ਨਾਲ ਵਫਾਦਾਰੀ ਨਾਲ ਪੇਸ਼ ਆਉਂਦੀ। ਉਸ ਦੀਆਂ 3 ਬੇਟੀਆਂ ਸੀ। 2 ਬੇਟੀਆਂ ਦਾ ਉਹ ਵਿਆਹ ਕਰ ਚੁੱਕੀ ਸੀ। ਹੁਣ ਉਸ ਦੀ ਇੱਕ ਹੀ ਬੇਟੀ ਰਹਿ ਗਈ ਸੀ। ਇੱਕ ਵਾਰ ਉਸਨੇ ਮੈਨੂੰ ਕਿਹਾ, ਮਾਲਕ, ਮੇਰੀ ਬੇਟੀ ਘਰ ਵਿੱਚ ਇਕੱਲੀ ਰਹਿੰਦੀ ਆ। ਮੇਰੀਆਂ ਬੁੱਢੀਆਂ ਹੱਡੀਆਂ ਵਿੱਚ ਹੁਣ ਇੰਨੀ ਜਾਨ ਨਹੀਂ ਰਹੀ ਕਿ ਮੈਂ ਘਰ ਦੇ ਕੰਮ ਕਰ ਸਕਾਂ। ਮੈਂ ਚਾਹੁੰਦੀ ਆ ਕਿ ਮੇਰੀ ਬੇਟੀ ਨੂੰ ਵੀ ਤੁਸੀਂ ਨੌਕਰੀ ਉੱਤੇ ਰੱਖ ਲਓ, ਉਸ ਨੂੰ ਵੀ ਕੁਝ ਪੈਸੇ ਦੇ ਦਿਆ ਕਰੋ। ਆਖਰਕਾਰ ਉਸ ਦਾ ਵੀ ਤਾਂ ਇੱਕ ਦਿਨ ਵਿਆਹ ਹੋਵੇਗਾ। ਤੁਸੀਂ ਤਾਂ ਜਾਣਦੇ ਹੋ ਕਿ ਮੇਰਾ ਪਤੀ ਇਸ ਦੁਨੀਆ ਵਿੱਚ ਨਹੀਂ ਆ। ਮੈਨੂੰ ਵੀ ਆਪਣੀਆਂ ਬੇਟੀਆਂ ਦਾ ਵਿਆਹ ਕਰਨਾ, ਇਹਨਾਂ ਦਾ ਚੰਗਾ ਬੁਰਾ ਦੇਖਣਾ। ਮੈਂ ਆਪਣੀਆਂ 2 ਬੇਟੀਆਂ ਦਾ ਵਿਆਹ ਤਾਂ ਤੁਹਾਡੀ ਮਿਹਰਬਾਨੀ ਨਾਲ ਕਰ ਚੁੱਕੀ ਆ, ਪਰ ਹਾਲੇ ਮੇਰੀ ਇੱਕ ਬੇਟੀ ਰਹਿ ਗਈ ਆ। ਹੁਣ ਮੈਂ ਚਾਹੁੰਦੀ ਆ ਕਿ ਮੈਂ ਇੱਥੇ ਆ ਕੇ ਆਪਣੀ ਬੇਟੀ ਨੂੰ ਸਾਰੇ ਕੰਮ ਸਮਝਾ ਦੇਵਾਂ। ਮੈਂ ਤਾਂ ਥੋੜੇ ਬਹੁਤੇ ਕੰਮ ਕਰ ਲਿਆ ਕਰਾਂਗੀ, ਪਰ ਮੇਰੀ ਜਗ੍ਹਾ ਮੇਰੇ ਬਦਲੇ ਦੇ ਸਾਰੇ ਕੰਮ ਮੇਰੀ ਬੇਟੀ ਕਰ ਲਿਆ ਕਰੇਗੀ। ਤੁਹਾਨੂੰ ਜਿਸ ਤਰ੍ਹਾਂ ਮੇਰੇ ਤੋਂ ਕੋਈ ਸ਼ਿਕਾਇਤ ਨਹੀਂ ਮਿਲੀ, ਇਸੇ ਤਰ੍ਹਾਂ ਮੇਰੀ ਬੇਟੀ ਵੀ ਤੁਹਾਨੂੰ ਕਦੇ ਵੀ ਸ਼ਿਕਾਇਤ ਦਾ ਮੌਕਾ ਨਹੀਂ ਦੇਵੇਗੀ। ਕਾਮਣੀ ਦੀ ਗੱਲ ਸੁਣ ਕੇ ਮੈਂ ਹੱਸਣ ਲੱਗਿਆ। ਮੈਂ ਉਸ ਨੂੰ ਕਿਹਾ ਕਿ ਤੈਨੂੰ ਫਿਕਰ ਕਰਨ ਦੀ ਕੋਈ ਜ਼ਰੂਰਤ ਨਹੀਂ। ਤੂੰ ਇੱਥੇ ਕੰਮ ਉੱਤੇ ਆਪਣੀ ਬੇਟੀ ਨੂੰ ਬੇਝਿਜਕ ਲਿਆ ਸਕਦੀ ਆ ਤੇ ਜਿੰਨੇ ਪੈਸੇ ਅਸੀਂ ਤੈਨੂੰ ਦਿੰਨੇ ਆ, ਉਸ ਤੋਂ ਜ਼ਿਆਦਾ ਅਸੀਂ ਤੇਰੀ ਬੇਟੀ ਨੂੰ ਦੇ ਦਿਆ ਕਰਾਂਗੇ। ਮੇਰੀ ਗੱਲ 'ਤੇ ਉਹ ਬੇਫਿਕਰ ਹੋ ਗਈ ਤੇ ਅਗਲੇ ਹੀ ਦਿਨ ਉਹ ਆਪਣੀ ਬੇਟੀ ਨੂੰ ਮੇਰੇ ਬੰਗਲੇ ਵਿੱਚ ਕੰਮ ਕਰਨ ਦੇ ਲਈ ਲੈ ਗਈ। ਮੈਂ ਉਸ ਦੀ ਬੇਟੀ ਨੂੰ ਦੇਖਿਆ ਤਾਂ ਉਹ ਬਹੁਤ ਹੀ ਸੋਹਣੀ ਸੀ ਤੇ ਘੱਟ ਉਮਰ ਦੀ ਸੀ। ਉਸ ਦੇ ਚਿਹਰੇ ਉੱਤੇ ਮਾਸੂਮੀਅਤ ਸਾਫ਼ ਨਜ਼ਰ ਆ ਰਹੀ ਸੀ। ਉਹ ਘਰ ਵਿੱਚ ਆਉਂਦੇ ਹੀ ਸਭ ਤੋਂ ਪਹਿਲਾਂ ਮੇਰਾ ਆਸ਼ੀਰਵਾਦ ਲੈਣ ਦੇ ਲਈ ਮੇਰੇ ਕਮਰੇ ਵਿੱਚ ਆਈ, ਕਿਉਂਕਿ ਕਾਮਣੀ ਮੈਨੂੰ ਆਪਣਾ ਭਰਾ ਮੰਨਦੀ ਸੀ। ਉਸ ਦੇ ਪਤੀ ਦੇ ਮਰਨ ਤੋਂ ਬਾਅਦ ਵੀ ਉਹ ਸਾਡੇ ਘਰ ਵਿੱਚ ਨੌਕਰੀ ਕਰ ਰਹੀ ਸੀ। ਅਸੀਂ ਉਸ ਦਾ ਬਹੁਤ ਸਾਥ ਦਿੱਤਾ ਸੀ। ਉਸ ਨੇ ਆਪਣੀ ਬੇਟੀ ਨੂੰ ਸਾਡੇ ਘਰ ਦੇ ਸਾਰੇ ਅਸੂਲ, ਕੰਮਕਾਜ, ਸਭ ਕੁਝ ਬਹੁਤ ਚੰਗੇ ਤਰੀਕੇ ਨਾਲ ਸਮਝਾ ਦਿੱਤਾ।
ਬਾਕੀ ਹੋਰ ਨੌਕਰਾਂ ਉੱਤੇ ਵੀ ਉਹ ਨਿਗਰਾਨੀ ਰੱਖਿਆ ਕਰਦੀ। ਉਸਨੇ ਆਪਣੀ ਬੇਟੀ ਨੂੰ ਮੇਰੀ ਪਤਨੀ ਨਾਲ ਵੀ ਮਿਲਵਾਇਆ। ਮੇਰੀ ਪਤਨੀ ਉਸ ਨੂੰ ਦੇਖ ਕੇ ਬਹੁਤ ਹੀ ਖੁਸ਼ ਹੋਈ। ਉਸ ਦੀ ਬੇਟੀ ਨੂੰ ਸਾਡੇ ਘਰ ਵਿੱਚ ਕੰਮ ਕਰਦੇ ਹੋਏ ਕਾਫੀ ਦਿਨ ਹੋ ਗਏ ਸੀ। ਉਹਨਾਂ ਦਿਨਾਂ 'ਚ ਸਾਡੇ ਘਰ ਦੇ ਨੌਕਰਾਂ ਦੇ ਲਈ ਕੰਮ ਬਹੁਤ ਵੱਧ ਗਿਆ, ਕਿਉਂਕਿ ਮੇਰੀ ਬੇਟੀ ਘਰ ਵਾਪਸ ਆਉਣ ਵਾਲੀ ਸੀ। ਮੇਰੀ ਬੇਟੀ ਦਾ ਵੈਲਕਮ ਬਹੁਤ ਧੂਮ-ਧਾਮ ਨਾਲ ਕੀਤਾ ਗਿਆ ਤੇ ਪਾਰਟੀ ਬਹੁਤ ਚੰਗੀ ਤਰ੍ਹਾਂ ਨਾਲ ਨਿਪਟ ਗਈ। ਮੇਰੀ ਬੇਟੀ ਜਦੋਂ ਕਾਮਨੀ ਨੂੰ ਮਿਲੀ ਤਾਂ ਉਸਨੇ ਆਪਣੀ ਬੇਟੀ ਦੀ ਮੁਲਾਕਾਤ ਮੇਰੀ ਬੇਟੀ ਨਾਲ ਕਰਵਾਈ। ਮੇਰੀ ਬੇਟੀ ਦਾ ਨਾਮ ਸੌਮਿਆ ਸੀ। ਸ਼ੀਤਲ ਦੀ ਆਦਤ ਸੌਮਿਆ ਨੂੰ ਬਹੁਤ ਪਸੰਦ ਆਈ, ਇਸ ਲਈ ਉਸਨੇ ਉਸ ਨੂੰ ਆਪਣੀ ਪਰਸਨਲ ਨੌਕਰਾਨੀ ਬਣਾ ਲਿਆ, ਜੋ ਸਿਰਫ ਮੇਰੀ ਬੇਟੀ ਦੇ ਹੀ ਕੰਮ ਕਰੇਗੀ। ਘਰ ਦੇ ਬਾਕੀ ਦੇ ਕੰਮਾਂ ਦੇ ਲਈ ਸੌਮਿਆ ਨੇ ਬਾਕੀ ਨੌਕਰਾਂ ਨੂੰ ਕਹਿ ਦਿੱਤਾ, ਪਰ ਸ਼ੀਤਲ ਨੂੰ ਉਸਨੇ ਸਿਰਫ ਆਪਣੇ ਲਈ ਹੀ ਟ੍ਰੇਨ ਕਰਨਾ ਸ਼ੁਰੂ ਕਰ ਦਿੱਤਾ, ਕਿਉਂਕਿ ਜਦੋਂ ਤੋਂ ਮੇਰੀ ਬੇਟੀ ਘਰ ਆਈ ਸੀ ਉਦੋਂ ਤੋਂ ਹੀ ਉਸਦੇ ਦੋਸਤ ਉਸ ਨੂੰ ਮਿਲਣ ਦੇ ਲਈ ਆ ਰਹੇ ਸੀ। ਕਦੇ ਉਹ ਉਹਨਾਂ ਨਾਲ ਘਰ ਤੋਂ ਬਾਹਰ ਚਲੀ ਜਾਂਦੀ, ਕਦੇ ਉਹਨਾਂ ਦੇ ਸਾਰੇ ਦੋਸਤ ਇਕੱਠੇ ਹੋ ਕੇ ਘਰ ਵਿੱਚ ਪਾਰਟੀ ਕਰਨ ਦੇ ਲਈ ਆ ਜਾਇਆ ਕਰਦੇ। ਇਸ ਦੌਰਾਨ ਮੇਰੀ ਬੇਟੀ ਦੇ ਸਾਰੇ ਹੀ ਕੰਮ ਸ਼ੀਤਲ ਕਰਦੀ ਸੀ, ਕਿਉਂਕਿ ਸ਼ੀਤਲ ਮੇਰੀ ਬੇਟੀ ਨੂੰ ਬਹੁਤ ਸਮਝਦਾਰ ਲੱਗੀ। ਉਹ ਉਸਦੇ ਦੋਸਤਾਂ ਦੇ ਸਾਹਮਣੇ ਬਿਲਕੁਲ ਵੀ ਨੌਕਰਾਂ ਦੇ ਵਰਗੀ ਬੇਵਕੂਫੀਆਂ ਵਾਲੀਆਂ ਹਰਕਤਾਂ ਨਹੀਂ ਕਰਦੀ ਸੀ, ਬਲਕਿ ਬਹੁਤ ਸੰਭਲ ਕੇ ਅਤੇ ਸਮਝਦਾਰੀ ਨਾਲ ਉਹਨਾਂ ਸਭ ਦੇ ਸਾਹਮਣੇ ਪੇਸ਼ ਆਉਂਦੀ। ਸੌਮਿਆ ਦਾ ਹਰ ਛੋਟਾ ਵੱਡਾ ਕੰਮ ਸ਼ੀਤਲ ਹੀ ਕਰਿਆ ਕਰਦੀ ਤੇ ਹੌਲੀ ਹੌਲੀ ਉਹਨਾਂ ਦੋਹਾਂ ਦੇ ਵਿੱਚ ਦੋਸਤੀ ਹੋ ਗਈ। ਮੇਰਾ ਬੇਟਾ ਤਾਂ ਹਮੇਸ਼ਾ ਆਪਣੇ ਦੋਸਤਾਂ ਦੇ ਵਿੱਚ ਹੀ ਬਿਜ਼ੀ ਰਹਿੰਦਾ ਸੀ ਤੇ ਬਹੁਤ ਹੀ ਘੱਟ ਘਰ ਆਉਂਦਾ ਸੀ ਤੇ ਰਾਤ ਨੂੰ ਬਹੁਤ ਲੇਟ ਘਰ ਆਉਂਦਾ। ਦੂਜੇ ਦਿਨ ਦੁਪਹਿਰ ਨੂੰ ਸੌਂ ਕੇ ਉੱਠਦਾ। ਕਾਮਨੀ ਦੀ ਬੇਟੀ ਬਿਲਕੁਲ ਹੁਣ ਆਪਣੀ ਮਾਂ ਉੱਤੇ ਗਈ ਸੀ, ਜਿਸ ਤਰ੍ਹਾਂ ਨਾਲ ਕਦੇ ਕਾਮਨੀ ਨੇ ਸਾਡੇ ਘਰ ਵਿੱਚ ਕੰਮ ਦੇ ਇਲਾਵਾ ਫਾਲਤੂ ਚੀਜ਼ਾਂ ਉੱਤੇ ਧਿਆਨ ਨਹੀਂ ਦਿੱਤਾ ਸੀ, ਇਸੇ ਤਰ੍ਹਾਂ ਉਸ ਦੀ ਬੇਟੀ ਵੀ ਸੀ। ਵਕਤ ਇਸੇ ਤਰ੍ਹਾਂ ਗੁਜ਼ਰਦਾ ਜਾ ਰਿਹਾ ਸੀ। ਜ਼ਿੰਦਗੀ ਵਿੱਚ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਸੀ। ਮੈਂ ਹਰ ਪਾਸਿਓਂ ਬਹੁਤ ਸਕੂਨ ਦੀ ਜ਼ਿੰਦਗੀ ਗੁਜ਼ਾਰ ਰਿਹਾ ਸੀ, ਕਿਉਂਕਿ ਮੇਰੇ ਘਰ ਵਿੱਚ ਤੇ ਬਿਜ਼ਨਸ ਵਿੱਚ ਬਹੁਤ ਸੁੱਖ ਸ਼ਾਂਤੀ ਸੀ। ਲੇਕਿਨ ਇੱਕ ਦਿਨ ਇੱਕ ਅਜਿਹੀ ਹਵਾ ਦਾ ਬੁੱਲਾ ਆਇਆ ਜਿਸ ਨੇ ਮੇਰੇ ਦਿਲ ਦੇ ਸਕੂਨ ਨੂੰ ਬਰਬਾਦ ਕਰਕੇ ਰੱਖ ਦਿੱਤਾ। ਲਗਭਗ 2-3 ਦਿਨ ਗੁਜ਼ਰ ਗਏ ਸੀ। ਮੇਰੀ ਬੇਟੀ ਮੇਰੇ ਕਮਰੇ ਵਿੱਚ ਸ਼ਿਕਾਇਤ ਕਰਨ ਆਈ ਅਤੇ ਕਹਿਣ ਲੱਗੀ, ਪਾਪਾ ਜੀ, ਕੰਗਣਾ ਕੰਮ ਉੱਤੇ ਨਹੀਂ ਆ ਰਹੀ। ਉਸ ਨੂੰ ਪਤਾ ਹੈ ਨਾ, ਜਿਸ ਦਿਨ ਦੀ ਮੈਂ ਇਸ ਘਰ ਵਿੱਚ ਆਈ ਆ ਮੈਨੂੰ ਸ਼ੀਤਲ ਦੇ ਹੀ ਕੰਮ ਦੀ ਆਦਤ ਹੋ ਗਈ ਆ। ਕਾਮਣੀ ਆਂਟੀ ਕਹਿੰਦੀ ਆ ਕਿ ਉਸ ਦੀ ਤਬੀਅਤ ਠੀਕ ਨਹੀਂ। ਮੈਂ ਉਸ ਨੂੰ ਕਿਹਾ ਕਿ ਤੁਸੀਂ ਉਸ ਦਾ ਚੰਗੇ ਡਾਕਟਰ ਤੋਂ ਟਰੀਟਮੈਂਟ ਕਰਵਾਓ ਤਾਂ ਉਹ ਜਲਦੀ ਤੋਂ ਜਲਦੀ ਠੀਕ ਹੋ ਜਾਵੇ ਤੇ ਘਰ ਆ ਜਾਵੇ। ਮੈਨੂੰ ਉਸ ਦੀ ਬਹੁਤ ਬੁਰੀ ਆਦਤ ਹੋ ਗਈ ਆ। ਮੈਂ ਦੂਜੀਆਂ ਨੌਕਰਾਣੀਆਂ ਦੇ ਹੱਥੋਂ ਆਪਣਾ ਕੋਈ ਕੰਮ ਪਸੰਦ ਨਹੀਂ ਕਰਦੀ। ਮੈਂ ਉਸੇ ਸਮੇਂ ਕਾਮਣੀ ਨੂੰ ਬੁਲਾਇਆ ਤੇ ਉਸ ਨੂੰ ਪੁੱਛਿਆ ਕਿ ਤੇਰੀ ਬੇਟੀ ਨੂੰ ਕੀ ਹੋਇਆ। ਕਾਮਣੀ ਦੀਆਂ ਅੱਖਾਂ 'ਚ ਹੰਝੂ ਸੀ। ਉਹ ਕਹਿਣ ਲੱਗੀ, ਪਤਾ ਨਹੀਂ ਮਾਲਕ, ਮੇਰੀ ਬੇਟੀ ਨੂੰ ਕੀ ਹੋ ਗਿਆ। 3 ਦਿਨਾਂ ਤੋਂ ਬੁਖਾਰ ਨਾਲ ਤਪ ਰਹੀ ਆ, ਡਰੀ ਡਰੀ ਲੱਗ ਰਹੀ ਆ, ਬਹੁਤ ਅਜੀਬ ਹਰਕਤਾਂ ਕਰ ਰਹੀ ਆ, ਡਾਕਟਰ ਦੇ ਕੋਲ ਜਾਣ ਦੇ ਲਈ ਤਿਆਰ ਨਹੀਂ। ਮੈਂ ਉਸ ਨੂੰ ਕਿਹਾ ਤਾਂ ਫਿਰ ਮੈਂ ਤੇਰੇ ਨਾਲ ਘਰ ਡਾਕਟਰ ਭੇਜ ਦਿੰਨਾ। ਕਾਮਣੀ ਕਹਿਣ ਲੱਗੀ ਕਿ ਨਹੀਂ ਮਾਲਕ, ਸ਼ੀਤਲ ਮੇਰੀ ਕੋਈ ਗੱਲ ਨਹੀਂ ਸੁਣ ਰਹੀ। ਸੌਮਿਆ ਕਹਿਣ ਲੱਗੀ, ਆਂਟੀ, ਜੇ ਅਜਿਹੀ ਗੱਲ ਆ ਤਾਂ ਮੈਂ ਤੁਹਾਡੇ ਨਾਲ ਚੱਲਦੀ ਆ। ਮੈਂ ਸ਼ੀਤਲ ਨੂੰ ਸਮਝਾਵਾਂਗੀ, ਕਹਾਂਗੀ ਕਿ ਉਹ ਹਸਪਤਾਲ ਚੱਲੇ, ਡਾਕਟਰ ਤੋਂ ਆਪਣਾ ਟਰੀਟਮੈਂਟ ਕਰਵਾਵੇ। ਪਰ ਕਾਮਣੀ ਨੇ ਇਨਕਾਰ ਕਰ ਦਿੱਤਾ ਸੀ ਤੇ ਕਿਹਾ ਸੀ ਕਿ ਉਸ ਦੀ ਬੇਟੀ ਰੋ ਰੋ ਕੇ ਆਪਣਾ ਬੁਰਾ ਹਾਲ ਕਰ ਰਹੀ ਆ। ਜੇ ਉਹਨਾਂ ਨੇ ਜ਼ਬਰਦਸਤੀ ਉਸ ਦਾ ਟਰੀਟਮੈਂਟ ਕਰਵਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਹੋਰ ਜ਼ਿਆਦਾ ਪਰੇਸ਼ਾਨ ਹੋ ਜਾਵੇਗੀ। ਪਰ ਫਿਰ ਵੀ ਮੈਂ ਉਸ ਨੂੰ ਸਮਝਾਇਆ ਸੀ ਕਿ ਤੂੰ ਆਪਣੀ ਬੇਟੀ ਨੂੰ ਸਮਝਾਉਣ ਦੀ ਕੋਸ਼ਿਸ਼ ਕਰ, ਆਖਰ ਉਹ ਕਦੋਂ ਤੱਕ ਬਿਮਾਰ ਰਹੇਗੀ। ਜ਼ਿਆਦਾ ਤਬੀਅਤ ਵਿਗੜ ਗਈ ਤਾਂ ਲੈਣੇ ਦੇ ਦੇਣੇ ਪੈ ਸਕਦੇ ਆ। ਸ਼ਾਇਦ ਘਰ ਜਾਣ ਦੇ ਬਾਅਦ ਕਾਮਣੀ ਨੇ ਆਪਣੀ ਬੇਟੀ ਨੂੰ ਡਾਕਟਰ ਦੇ ਜਾਣ ਲਈ ਜ਼ਬਰਦਸਤੀ ਕੀਤੀ ਹੋਵੇਗੀ ਤੇ ਉਸ ਨੂੰ ਪੁੱਛਿਆ ਹੋਵੇਗਾ ਕਿ ਆਖਰ ਉਸ ਨੂੰ ਕੀ ਪਰੇਸ਼ਾਨੀ ਆ, ਉਹ ਕਿਉਂ ਅਜਿਹੀਆਂ ਹਰਕਤਾਂ ਕਰ ਰਹੀ ਆ, ਉਸ ਦੀ ਤਬੀਅਤ ਕਿਉਂ ਖਰਾਬ ਆ। ਅਗਲੇ ਦਿਨ ਮੇਰੀ ਬੇਟੀ ਤੇ ਮੇਰੀ ਪਤਨੀ ਸ਼ਾਪਿੰਗ ਉੱਤੇ ਗਈਆਂ ਸੀ। ਦੁਪਹਿਰ 1 ਵਜੇ ਦਾ ਟਾਈਮ ਸੀ। ਮੈਂ ਉਸ ਦਿਨ ਆਫਿਸ ਨਹੀਂ ਗਿਆ ਸੀ ਕਿਉਂਕਿ ਉਸ ਦਿਨ ਕੋਈ ਫੈਸਟੀਵਲ ਸੀ। ਮੈਂ ਨੌਕਰ ਸ਼ਾਮੂ ਨੂੰ ਬੁਲਾਇਆ ਤੇ ਉਸ ਨੂੰ ਪੁੱਛਿਆ ਕਿ ਛੋਟੇ ਸਾਹਿਬ ਕੀ ਕਰ ਰਹੇ ਆ, ਉਹ ਹਾਲੇ ਸੌਂ ਕੇ ਉੱਠੇ ਆ ਜਾਂ ਨਹੀਂ, ਕਿਉਂਕਿ ਜਿਸ ਦਿਨ ਮੈਂ ਘਰ ਵਿੱਚ ਹੁੰਦਾ ਸੀ ਉਸ ਦਿਨ ਮੈਨੂੰ ਆਪਣੇ ਬੇਟੇ ਦਾ ਦੇਰ ਤੱਕ ਸੌਣਾ ਬਿਲਕੁਲ ਵੀ ਪਸੰਦ ਨਹੀਂ ਸੀ।
ਇਸ ਲਈ ਮੈਂ ਵਾਰ-ਵਾਰ ਨੌਕਰਾਂ ਤੋਂ ਉਸ ਦੇ ਬਾਰੇ ਵਿੱਚ ਪੁੱਛਦਾ ਰਹਿੰਦਾ। ਨੌਕਰਾਂ ਨੇ ਕਿਹਾ ਕਿ ਹਾਲੇ ਛੋਟੇ ਸਾਹਿਬ ਨਹੀਂ ਉੱਠੇ। ਉਹ ਇੰਨਾ ਕਹਿ ਕੇ ਉੱਥੋਂ ਚਲਾ ਗਿਆ। ਜਦੋਂ ਕਾਮਣੀ ਉੱਚੀ ਉੱਚੀ ਰੋਂਦੇ ਹੋਏ ਘਰ ਦੇ ਅੰਦਰ ਆਈ ਤਾਂ ਉਸ ਸਮੇਂ ਮੈਂ ਹਾਲ ਵਿੱਚ ਬੈਠਾ ਸੀ। ਮੇਰੇ ਕੋਲ ਮੇਰਾ ਲੈਪਟਾਪ ਸੀ। ਮੈਂ ਕਾਮਣੀ ਨੂੰ ਇਸ ਤਰ੍ਹਾਂ ਰੋਂਦੇ ਹੋਏ ਦੇਖ ਕੇ ਜਲਦੀ ਨਾਲ ਆਪਣਾ ਲੈਪਟਾਪ ਬੰਦ ਕਰ ਲਿਆ। ਉਹ ਆਪਣੇ ਨਾਲ ਆਪਣੀ ਬੇਟੀ ਨੂੰ ਵੀ ਲੈ ਕੇ ਆਈ ਸੀ। ਉਸ ਦੀ ਬੇਟੀ ਦੀ ਹਾਲਤ ਬਹੁਤ ਬੁਰੀ ਹੋ ਰਹੀ ਸੀ। ਉਸ ਨੂੰ ਦੇਖ ਕੇ ਲੱਗ ਰਿਹਾ ਸੀ ਕਿ ਉਹ ਨਾ ਜਾਣੇ ਕਦੋਂ ਤੋਂ ਬਿਮਾਰ ਆ। ਉਹ ਬੇਹੱਦ ਕਮਜ਼ੋਰ ਹੋ ਚੁੱਕੀ ਸੀ। ਇਸ ਪੂਰੇ 1 ਹਫ਼ਤੇ ਉਹ ਸਾਡੇ ਘਰ ਵਿੱਚ ਨਹੀਂ ਆਈ। ਉਸ ਨੂੰ ਦੇਖ ਕੇ ਅਜਿਹਾ ਲੱਗ ਰਿਹਾ ਸੀ ਜਿਵੇਂ ਮੈਂ ਉਸ ਨੂੰ ਬਹੁਤ ਸਮੇਂ ਬਾਅਦ ਦੇਖਿਆ, ਕਿਉਂਕਿ ਉਸ ਦੇ ਚਿਹਰੇ ਦਾ ਰੰਗ ਵੀ ਕਾਲਾ ਪੈ ਚੁੱਕਿਆ ਸੀ। ਨਾ ਜਾਣੇ ਉਹ ਕਿਹੜਾ ਹਾਦਸਾ ਆਪਣੇ ਦਿਲ ਉੱਤੇ ਲਗਾਈ ਬੈਠੀ ਸੀ। ਮੈਂ ਕਾਮਣੀ ਨੂੰ ਕਿਹਾ ਕਿ ਕੀ ਹੋਇਆ ਕਾਮਣੀ, ਕਿਉਂ ਰੋ ਰਹੀ ਆ? ਉਹ ਮੇਰੇ ਪੈਰਾਂ 'ਚ ਡਿੱਗ ਪਈ ਤੇ ਰੋਂਦੇ ਰੋਂਦੇ ਕਹਿਣ ਲੱਗੀ, ਮਾਲਕ, ਅਨਰਥ ਹੋ ਗਿਆ। ਮੇਰਾ ਸਭ ਕੁਝ ਬਰਬਾਦ ਹੋ ਗਿਆ। ਮੇਰੀ ਬੇਟੀ ਦੀ ਜ਼ਿੰਦਗੀ ਤਬਾਹ ਹੋ ਗਈ। ਮੈਂ ਆਪਣੇ ਪੈਰ ਉਸ ਦੇ ਹੱਥਾਂ ਤੋਂ ਛੁਡਾਏ ਤੇ ਉਸ ਨੂੰ ਕਿਹਾ ਕਿ ਹੁਣ ਦੱਸ ਵੀ ਕੀ ਹੋਇਆ। ਇਸ ਤਰ੍ਹਾਂ ਰੌਲਾ ਪਾਉਣ ਦੀ ਕੀ ਜ਼ਰੂਰਤ ਆ? ਰੋਣਾ ਬੰਦ ਕਰ ਤੇ ਤਸੱਲੀ ਨਾਲ ਦੱਸ ਕੀ ਹੋਇਆ। ਉਸ ਦੇ ਰੌਲਾ ਮਚਾਉਣ ਉੱਤੇ ਘਰ ਦੀਆਂ 2-3 ਨੌਕਰਾਣੀਆਂ ਵੀ ਬਾਹਰ ਆ ਕੇ ਖੜੀਆਂ ਹੋ ਗਈਆਂ। ਉਹ ਕਹਿਣ ਲੱਗੀ, ਮਾਲਕ, ਮੇਰੀ ਬੇਟੀ ਨਾਲ ਬਲਾਤਕਾਰ ਹੋਇਆ। ਉਸ ਦੀ ਗੱਲ ਸੁਣ ਕੇ ਮੇਰੇ ਹੋਸ਼ ਉੱਡ ਗਏ। ਮੈਂ ਕਿਹਾ, ਇਹ ਤੂੰ ਕੀ ਕਹਿ ਰਹੀ ਆ? ਉਸ ਨੇ ਆਪਣੀ ਬੇਟੀ ਦਾ ਹੱਥ ਫੜ ਕੇ ਮੇਰੇ ਅੱਗੇ ਕੀਤਾ ਤੇ ਕਹਿਣ ਲੱਗੀ, ਦੇਖੋ ਇਸ ਦੀ ਹਾਲਤ। ਇਸ ਦੀ ਹਾਲਤ ਇਸੇ ਵਜ੍ਹਾ ਨਾਲ ਹੋਈ ਆ ਕਿਉਂਕਿ ਇਸ ਦਾ ਬਲਾਤਕਾਰ ਹੋਇਆ। ਮੈਂ ਕਿਹਾ, ਕੌਣ ਆ ਉਹ ਇਨਸਾਨ ਜਿਸ ਨੇ ਤੇਰੀ ਬੇਟੀ ਦੀ ਇਹ ਹਾਲਤ ਕੀਤੀ ਆ? ਦੱਸ ਮੈਨੂੰ, ਮੈਂ ਉਸ ਨੂੰ ਛੱਡਾਂਗਾ ਨਹੀਂ। ਉਹ ਕਹਿਣ ਲੱਗੀ, ਮਾਲਕ, ਮੈਂ ਤੁਹਾਡੇ ਅੱਗੇ ਹੱਥ ਜੋੜਦੀ ਆ। ਮੇਰੀ ਬੇਟੀ ਨੂੰ ਇਨਸਾਫ ਜ਼ਰੂਰ ਦੇਣਾ। ਇਸ ਦੇ ਨਾਲ ਬਹੁਤ ਬੁਰਾ ਹੋਇਆ ਤੇ ਉਹ ਬੁਰਾ ਕਰਨ ਵਾਲਾ ਇਨਸਾਨ ਕੋਈ ਹੋਰ ਨਹੀਂ ਬਲਕਿ ਤੁਹਾਡਾ ਬੇਟਾ ਛੋਟੇ ਸਾਹਿਬ ਨੇ। ਇਸ ਨੂੰ ਕਿਤੇ ਮੂੰਹ ਦਿਖਾਉਣ ਦੇ ਲਾਇਕ ਨਹੀਂ ਛੱਡਿਆ। ਜਦੋਂ ਉਸ ਨੇ ਮੈਨੂੰ ਇਹ ਗੱਲ ਕਹੀ ਤਾਂ ਉਸ ਦੇ ਸ਼ਬਦ ਮੇਰੇ ਕੰਨਾਂ ਨੂੰ ਚੀਰ ਕੇ ਮੇਰੇ ਦਿਮਾਗ ਤੱਕ ਪਹੁੰਚ ਗਏ ਤੇ ਮੇਰੇ ਦਿਮਾਗ ਨੂੰ ਇੱਕ ਜ਼ੋਰਦਾਰ ਝਟਕਾ ਲੱਗਿਆ। ਉਹ ਵਾਰ-ਵਾਰ ਰੋ ਕੇ ਕਹਿ ਰਹੀ ਸੀ ਕਿ ਮੇਰੀ ਬੇਟੀ ਦੇ ਨਾਲ ਅਜਿਹਾ ਕਰਨ ਵਾਲਾ ਇਨਸਾਨ ਤੁਹਾਡਾ ਬੇਟਾ ਹੀ ਆ। ਛੋਟੇ ਸਾਹਿਬ ਨੇ ਇਸ ਦੀ ਇੱਜ਼ਤ ਖਰਾਬ ਕਰ ਦਿੱਤੀ। 1 ਹਫ਼ਤੇ ਪਹਿਲਾਂ ਉਹ ਛੋਟੇ ਮਾਲਕ ਦੇ ਕਮਰੇ ਵਿੱਚ ਸਫਾਈ ਕਰਨ ਦੇ ਲਈ ਗਈ ਸੀ, ਪਰ ਜਦੋਂ ਉਸਨੇ ਦੇਖਿਆ ਕਿ ਛੋਟੇ ਮਾਲਕ ਸੌਂ ਰਹੇ ਆ ਤਾਂ ਉਹ ਉੱਥੋਂ ਵਾਪਸ ਆ ਰਹੀ ਸੀ। ਜਦੋਂ ਛੋਟੇ ਮਾਲਕ ਨੇ ਉਸ ਨੂੰ ਆਵਾਜ਼ ਦੇ ਕੇ ਕੰਮ ਕਰਨ ਦੇ ਬਹਾਨੇ ਵਾਪਸ ਕਮਰੇ ਵਿੱਚ ਬੁਲਾ ਲਿਆ ਤਾਂ ਉਹਨਾਂ ਨੇ ਕਮਰੇ ਦਾ ਦਰਵਾਜ਼ਾ ਬੰਦ ਕਰਨ ਦੇ ਬਾਅਦ ਮੇਰੀ ਬੇਟੀ ਦੇ ਨਾਲ ਜ਼ਬਰਦਸਤੀ ਕੀਤੀ ਤੇ ਉਸ ਨੂੰ ਡਰਾਇਆ ਧਮਕਾਇਆ ਕਿ ਉਹ ਇਸ ਬਾਰੇ ਵਿੱਚ ਕਿਸੇ ਨੂੰ ਨਾ ਦੱਸੇ। ਮੇਰੀ ਬੇਟੀ ਮਾਸੂਮ ਆ। ਛੋਟੇ ਸਾਹਿਬ ਨੇ ਇਸ ਦਾ ਇਸਤੇਮਾਲ ਕਰਨ ਦੇ ਬਾਅਦ ਇਸ ਨੂੰ ਛੱਡ ਦਿੱਤਾ। ਇਹ ਇਸ ਸਦਮੇ ਨੂੰ ਬਰਦਾਸ਼ਤ ਨਾ ਕਰ ਸਕੀ ਤੇ ਬਿਮਾਰ ਹੋ ਗਈ। ਮੈਂ ਇਸ ਨੂੰ ਵਾਰ-ਵਾਰ ਪੁੱਛ ਰਹੀ ਸੀ ਕਿ ਤੈਨੂੰ ਕੀ ਪਰੇਸ਼ਾਨੀ ਆ। ਡਰ ਦੀ ਵਜ੍ਹਾ ਨਾਲ ਇਹ ਡਾਕਟਰ ਦੇ ਕੋਲ ਵੀ ਨਹੀਂ ਜਾ ਰਹੀ ਸੀ, ਪਰ ਅੱਜ ਮੈਂ ਇਸ ਨੂੰ ਆਪਣੀ ਕਸਮ ਦਿੱਤੀ ਤੇ ਪੁੱਛਿਆ ਕਿ ਦੱਸ, ਤੂੰ ਇਸ ਤਰ੍ਹਾਂ ਕਿਉਂ ਹੋ ਗਈ? ਤੂੰ ਕਿਉਂ ਰੋਈ ਜਾ ਰਹੀ ਆ? ਤਾਂ ਇਸ ਨੇ ਮੈਨੂੰ ਸਭ ਕੁਝ ਦੱਸਿਆ। ਮੈਂ ਉਦੋਂ ਹੀ ਉੱਚੀ ਦਿਨੇ ਕਿਹਾ ਕਿ ਅਜਿਹਾ ਨਹੀਂ ਹੋ ਸਕਦਾ। ਤੇਰੀ ਬੇਟੀ ਝੂਠ ਵੀ ਤਾਂ ਬੋਲ ਸਕਦੀ ਆ। ਮੇਰਾ ਬੇਟਾ ਅਜਿਹਾ ਨਹੀਂ। ਇਹ ਮੇਰੇ ਬੇਟੇ ਉੱਤੇ ਇਲਜ਼ਾਮ ਲਗਾ ਰਹੀ ਆ। ਤੂੰ ਇਸ ਦੀ ਗੱਲ ਦਾ ਯਕੀਨ ਕਰ ਲਿਆ? ਤਾਂ ਸ਼ੀਤਲ ਨੇ ਮੇਰੇ ਅੱਗੇ ਹੱਥ ਜੋੜੇ ਤੇ ਕਹਿਣ ਲੱਗੀ, ਮਾਲਕ, ਮੈਂ ਇਲਜ਼ਾਮ ਨਹੀਂ ਲਗਾ ਰਹੀ। ਛੋਟੇ ਸਾਹਿਬ ਨੇ ਸੱਚਮੁੱਚ ਮੇਰੇ ਨਾਲ ਜ਼ਬਰਦਸਤੀ ਕੀਤੀ ਆ ਤੇ ਮੇਰਾ ਬਲਾਤਕਾਰ ਕੀਤਾ। ਮੈਂ ਕਿਹਾ, ਨਹੀਂ ਨਹੀਂ, ਅਜਿਹਾ ਨਹੀਂ ਹੋ ਸਕਦਾ। ਮੇਰਾ ਬੇਟਾ ਤਾਂ ਜ਼ਿਆਦਾਤਰ ਘਰ ਵਿੱਚ ਰਹਿੰਦਾ ਹੀ ਨਹੀਂ। ਉਹ ਕਹਿਣ ਲੱਗੀ, ਮਾਲਕ, ਇਸ ਨੇ ਮੈਨੂੰ ਦੱਸਿਆ ਕਿ ਕਾਫੀ ਦਿਨਾਂ ਤੋਂ ਛੋਟੇ ਸਾਹਿਬ ਦੀ ਇਸ ਉੱਤੇ ਗੰਦੀ ਨਜ਼ਰ ਸੀ, ਪਰ ਇਹ ਉਹਨਾਂ ਦੀ ਗੰਦੀ ਨਜ਼ਰ ਨੂੰ ਸਮਝ ਨਾ ਪਾਈ। ਉਸ ਨੂੰ ਤਾਂ ਲੱਗਦਾ ਸੀ ਕਿ ਛੋਟੇ ਸਾਹਿਬ ਬਹੁਤ ਭਲੇ ਇਨਸਾਨ ਆ। ਛੋਟੇ ਸਾਹਿਬ ਇਸ ਦੇ ਨਾਲ ਇਹ ਸਭ ਕਰਨਗੇ, ਇਸ ਗੱਲ ਦਾ ਇਸ ਨੂੰ ਅੰਦਾਜ਼ਾ ਨਹੀਂ ਸੀ। ਮੈਨੂੰ ਆਪਣੇ ਕੰਨਾਂ ਉੱਤੇ ਵਿਸ਼ਵਾਸ ਨਹੀਂ ਹੋ ਰਿਹਾ ਸੀ। ਮੈਂ ਨਜ਼ਰ ਘੁਮਾ ਕੇ ਦੇਖਿਆ ਤਾਂ ਨੌਕਰਾਣੀਆਂ ਹਾਲੇ ਵੀ ਖੜੀਆਂ ਹੋਈਆਂ ਸੀ, ਸਾਡੀਆਂ ਗੱਲਾਂ ਸੁਣ ਰਹੀਆਂ ਸੀ। ਜਦੋਂ ਮੈਂ ਉਹਨਾਂ ਨੂੰ ਗੁੱਸੇ ਨਾਲ ਝਿੜਕਿਆ ਤੇ ਉੱਥੋਂ ਜਾਣ ਦੇ ਲਈ ਕਿਹਾ, ਮੈਂ ਕਿਹਾ, ਕਾਮਣੀ, ਤੂੰ ਮੇਰੇ ਬੇਟੇ ਨੂੰ ਬਦਨਾਮ ਕਰ ਰਹੀ ਆ। ਉਹ ਕਹਿਣ ਲੱਗੀ, ਮਾਲਕ, ਸਾਡੇ ਗਰੀਬਾਂ ਦੇ ਕੋਲ ਸੱਚਾਈ ਦਿਖਾਉਣ ਦੇ ਸਬੂਤ ਨਹੀਂ ਹੁੰਦੇ। ਸਾਡੇ ਲਈ ਤਾਂ ਸਾਡੀ ਇੱਜ਼ਤ ਹੀ ਸਾਡੀ ਬਹੁਤ ਵੱਡੀ ਦੌਲਤ ਆ।
ਮੇਰੀ ਬੇਟੀ ਦੇ ਨਾਲ ਅਜਿਹਾ ਹੋਇਆ ਤਾਂ ਹੀ ਤਾਂ ਮੈਂ ਤੁਹਾਨੂੰ ਅਜਿਹਾ ਕਹਿ ਰਹੀ ਹਾਂ, ਵਰਨਾ ਮੈਂ ਤੁਹਾਡਾ ਸਾਰੀ ਜ਼ਿੰਦਗੀ ਨਮਕ ਖਾਧਾ। ਮੈਂ ਤੁਹਾਡੇ ਉੱਤੇ ਅਤੇ ਤੁਹਾਡੇ ਪਰਿਵਾਰ ਉੱਤੇ ਕਦੇ ਕੋਈ ਗਲਤ ਇਲਜ਼ਾਮ ਨਹੀਂ ਲਗਾ ਸਕਦੀ। ਮੇਰੇ ਤਾਂ ਦਿਮਾਗ ਦੀਆਂ ਸਾਰੀਆਂ ਨਸਾਂ ਫਟਣ ਲੱਗ ਗਈਆਂ। ਮੇਰਾ ਸਿਰ ਦਰਦ ਕਰਨ ਲੱਗਿਆ ਕਿ ਆਖਰ ਇਹ ਕੀ ਹੋ ਰਿਹਾ। ਤਾਂ ਮੈਂ ਆਪਣੇ ਬੇਟੇ ਨੂੰ ਆਵਾਜ਼ ਦਿੱਤੀ। ਉਹ ਉੱਪਰ ਵਾਲੇ ਪੋਰਸ਼ਨ ਵਿੱਚ ਸੀ, ਇਸ ਲਈ ਉਸਨੇ ਮੇਰੀ ਆਵਾਜ਼ ਨਹੀਂ ਸੁਣੀ। ਤਾਂ ਇੱਕ ਨੌਕਰ ਘਬਰਾ ਕੇ ਮੇਰੇ ਬੇਟੇ ਦੇ ਕਮਰੇ ਵਿੱਚ ਉਸ ਨੂੰ ਜਗਾਉਣ ਦੇ ਲਈ ਚਲਿਆ ਗਿਆ। ਜਦੋਂ ਮੇਰਾ ਬੇਟਾ ਕੁਝ ਹੀ ਮਿੰਟਾਂ ਦੇ ਬਾਅਦ ਮਲਦੀਆਂ ਹੋਈਆਂ ਅੱਖਾਂ ਨਾਲ ਨੀਚੇ ਆਇਆ ਤਾਂ ਮੈਂ ਆਪਣੇ ਬੇਟੇ ਨੂੰ ਕਿਹਾ ਕਿ ਤੂੰ ਕਾਮਣੀ ਦੀ ਬੇਟੀ ਦੇ ਨਾਲ ਬਲਾਤਕਾਰ ਕੀਤਾ। ਉਸ ਦੀ ਗੱਲ ਸੁਣ ਕੇ ਮੇਰਾ ਬੇਟਾ ਅਜਿਹੇ ਐਕਸਪ੍ਰੈਸ਼ਨ ਦੇਣ ਲੱਗਿਆ ਜਿਵੇਂ ਉਹ ਇਸ ਬਾਰੇ ਵਿੱਚ ਕੁਝ ਜਾਣਦਾ ਹੀ ਨਾ ਹੋਵੇ। ਉਸਨੇ ਕਿਹਾ, ਡੈਡ, ਤੁਸੀਂ ਤਾਂ ਜਾਣਦੇ ਹੋ ਕਿ ਮੈਂ ਘਰ ਵਿੱਚ ਕਿੰਨਾ ਕੁ ਰਹਿਣਾ। ਅਜਿਹਾ ਤਾਂ ਪੋਸੀਬਲ ਹੀ ਨਹੀਂ ਕਿ ਇਹ ਕੁੜੀ ਮੇਰੇ ਉੱਤੇ ਇਲਜ਼ਾਮ ਲਗਾ ਰਹੀ ਆ। ਅਜਿਹਾ ਨਹੀਂ ਹੋ ਸਕਦਾ। ਕਾਮਣੀ ਦੇ ਨਾਲ ਨਾਲ ਇਸ ਦੀ ਬੇਟੀ ਵੀ ਮੇਰੇ ਪੈਰਾਂ 'ਚ ਡਿੱਗ ਗਈ ਤੇ ਕਹਿਣ ਲੱਗੀ, ਮਾਲਕ, ਮੈਂ ਰੱਬ ਦੀ ਕਸਮ ਖਾ ਕੇ ਕਹਿਣੀ ਆ, ਛੋਟੇ ਸਾਹਿਬ ਨੇ ਮੇਰੇ ਨਾਲ ਜ਼ਬਰਦਸਤੀ ਕੀਤੀ ਆ। ਮੈਂ ਰੌਲਾ ਪਾ ਰਹੀ ਸੀ, ਇਸ ਨੂੰ ਵਾਰ-ਵਾਰ ਕਹਿ ਰਹੀ ਸੀ ਕਿ ਇਹ ਮੈਨੂੰ ਛੱਡ ਦੇਵੇ। ਇਹਨਾਂ ਨੇ ਮੇਰੀ ਇੱਕ ਨਹੀਂ ਸੁਣੀ। ਮੈਂ ਝੂਠ ਨਹੀਂ ਬੋਲ ਰਹੀ ਤੇ ਨਾ ਹੀ ਮੇਰੀ ਮਾਂ ਝੂਠ ਬੋਲ ਰਹੀ ਆ। ਉਸ ਕੁੜੀ ਦੀ ਮਾਸੂਮੀਅਤ ਅਤੇ ਉਸ ਦਾ ਇੱਕ ਇੱਕ ਸ਼ਬਦ ਚੀਖ ਚੀਖ ਕੇ ਗਵਾਹੀ ਦੇ ਰਿਹਾ ਸੀ ਕਿ ਉਹ ਸੱਚ ਮੁੱਚ ਝੂਠ ਨਹੀਂ ਬੋਲ ਰਹੀ। ਜਦ ਕਿ ਮੇਰੇ ਬੇਟੇ ਦੀ ਨਜ਼ਰ ਮੈਂ ਚੰਗੀ ਤਰ੍ਹਾਂ ਨਾਲ ਪਹਿਚਾਣ ਗਿਆ ਸੀ ਕਿ ਉਹ ਮੇਰੇ ਤੋਂ ਨਜ਼ਰ ਬਚਾ ਰਿਹਾ। ਇਸ ਦਾ ਮਤਲਬ ਸਾਫ਼ ਸੀ ਕਿ ਮੇਰੇ ਬੇਟੇ ਨੇ ਉਸ ਦੀ ਬੇਟੀ ਦੀ ਇੱਜ਼ਤ ਖਰਾਬ ਕੀਤੀ ਆ। ਮੈਂ ਸਮਝ ਚੁੱਕਿਆ ਸੀ ਕਿਉਂਕਿ ਮੈਂ ਕਈ ਸਾਲਾਂ ਤੋਂ ਕਾਮਣੀ ਨੂੰ ਜਾਣਦਾ ਸੀ ਤਾਂ ਆਪਣੇ ਬੇਟੇ ਨੂੰ ਵੀ ਬਹੁਤ ਚੰਗੀ ਤਰ੍ਹਾਂ ਨਾਲ ਜਾਣਦਾ ਸੀ। ਮੈਂ ਤਾਂ ਇਸ ਸਮੇਂ ਕਾਮਣੀ ਨਾਲ ਨਜ਼ਰਾਂ ਮਿਲਾਉਣ ਦੇ ਕਾਬਲ ਨਹੀਂ ਸੀ, ਲੇਕਿਨ ਮੇਰੀ ਵੀ ਲੋਕਾਂ 'ਚ ਰੈਪੂਟੇਸ਼ਨ ਸੀ। ਆਪਣੇ ਬੇਟੇ ਦੀ ਵਜ੍ਹਾ ਨਾਲ ਮੈਂ ਆਪਣੀ ਇੱਜ਼ਤ ਖਰਾਬ ਨਹੀਂ ਕਰਨਾ ਚਾਹੁੰਦਾ ਸੀ, ਪਰ ਮੇਰਾ ਬੇਟਾ ਵਾਰ-ਵਾਰ ਇਹੀ ਕਹਿ ਰਿਹਾ ਸੀ ਕਿ ਇਹ ਕੁੜੀ ਮੇਰੇ ਉੱਤੇ ਇਲਜ਼ਾਮ ਲਗਾ ਰਹੀ ਆ। ਇਹ ਗਰੀਬ ਕੁੜੀਆਂ ਹੁੰਦੀਆਂ ਹੀ ਅਜਿਹੀਆਂ ਆਪਣੇ ਵਰਗੇ ਅਮੀਰ ਮੁੰਡਿਆਂ ਨੂੰ ਪਿਆਰ ਦੇ ਜਾਲ ਵਿੱਚ ਫਸਾਉਣ ਦੀ ਕੋਸ਼ਿਸ਼ ਕਰਦੀਆਂ। ਉਸਨੇ ਕਿਹਾ ਕਿ ਡੈਡ, ਇਹ ਕਾਫੀ ਦਿਨਾਂ ਤੋਂ ਮੇਰੇ ਉੱਤੇ ਨਜ਼ਰ ਰੱਖਦੀ ਆ, ਮੈਨੂੰ ਆਪਣੇ ਪਿਆਰ ਦੇ ਜਾਲ ਵਿੱਚ ਫਸਾਉਣਾ ਚਾਹੁੰਦੀ ਸੀ। ਮੈਂ ਜਦੋਂ ਇਸ ਦੀਆਂ ਗੱਲਾਂ ਵਿੱਚ ਨਾ ਆਇਆ ਤਾਂ ਇਸ ਨੇ ਮੇਰੇ ਉੱਤੇ ਇਹ ਘਿਨਾਉਣਾ ਇਲਜ਼ਾਮ ਲਗਾ ਦਿੱਤਾ। ਸਭ ਦੀਆਂ ਗੱਲਾਂ ਸੁਣਨ ਦੇ ਬਾਅਦ ਮੈਂ ਕਾਮਣੀ ਨੂੰ ਕਿਹਾ ਕਿ ਚੰਗਾ, ਠੀਕ ਆ, ਜੋ ਹੋਇਆ ਉਸ ਨੂੰ ਭੁੱਲ ਜਾ। ਤੈਨੂੰ ਜ਼ਿਆਦਾ ਰੌਲਾ ਪਾਉਣ ਦੀ ਜ਼ਰੂਰਤ ਨਹੀਂ। ਤਸੱਲੀ ਨਾਲ ਮੇਰੀ ਗੱਲ ਸੁਣ। ਮੈਨੂੰ ਦੱਸ ਕਿ ਹੁਣ ਤੂੰ ਕੀ ਚਾਹੁੰਦੀ ਆ। ਤਾਂ ਉਸਨੇ ਕਿਹਾ, ਮਾਲਕ, ਭਲਾ ਮੈਂ ਤੁਹਾਡੇ ਤੋਂ ਕੀ ਚਾਹਾਂਗੀ। ਮੇਰੀ ਬੇਟੀ ਦੇ ਨਾਲ ਇੰਨਾ ਵੱਡਾ ਹਾਦਸਾ ਹੋ ਗਿਆ, ਇਸ ਦਾ ਕਿਤੇ ਹੋਰ ਵਿਆਹ ਨਹੀਂ ਹੋ ਸਕਦਾ, ਅਤੇ ਜੇ ਕਿਤੇ ਇਸ ਦਾ ਵਿਆਹ ਹੋ ਵੀ ਜਾਂਦਾ ਤਾਂ ਇਸ ਦੇ ਪਤੀ ਨੂੰ ਪਤਾ ਚੱਲ ਜਾਵੇਗਾ ਕਿ ਮੇਰੀ ਬੇਟੀ ਵਿਆਹ ਤੋਂ ਪਹਿਲਾਂ ਹੀ ਆਪਣੀ ਇੱਜ਼ਤ ਗਵਾ ਚੁੱਕੀ ਆ। ਇਸ ਦਾ ਘਰ ਨਹੀਂ ਵਸ ਸਕੇਗਾ। ਮੈਂ ਤੁਹਾਡੇ ਅੱਗੇ ਹੱਥ ਜੋੜਦੀ ਹਾਂ, ਤੁਹਾਡੇ ਪੈਰ ਫੜਦੀ ਹਾਂ ਕਿ ਮੇਰੀ ਬੇਟੀ ਦਾ ਵਿਆਹ ਛੋਟੇ ਸਾਹਿਬ ਨਾਲ ਕਰਵਾ ਦਿਓ, ਕਿਉਂਕਿ ਇਸ ਪਰੇਸ਼ਾਨੀ ਦਾ ਇੱਕ ਇਕਲੌਤਾ ਹੱਲ। ਉਸ ਦੀ ਗੱਲ ਸੁਣ ਕੇ ਮੈਂ ਹੈਰਾਨ ਰਹਿ ਗਿਆ। ਉਸ ਨੂੰ ਕਿਹਾ ਕਿ ਇਹ ਕੀ ਤੂੰ ਕਹਿ ਰਹੀ ਆ। ਇਸ ਦਾ ਮਤਲਬ ਇਹ ਹੋਇਆ ਕਿ ਤੂੰ ਆਪਣੀ ਬੇਟੀ ਨੂੰ ਇਸ ਘਰ ਦੀ ਮਾਲਕਣ ਬਣਾਉਣਾ ਚਾਹੁੰਦੀ ਆ। ਮੈਂ ਆਪਣੇ ਬੇਟੇ ਦਾ ਵਿਆਹ ਕਦੇ ਵੀ ਤੇਰੀ ਬੇਟੀ ਦੇ ਨਾਲ ਨਹੀਂ ਕਰਵਾ ਸਕਦਾ। ਤਾਂ ਕਾਮਣੀ ਕਹਿੰਦੀ ਕਿ ਮੇਰੀ ਬੇਟੀ ਤੁਹਾਡੇ ਬੇਟੇ ਨਾਲ ਵਿਆਹ ਕਰਕੇ ਇੱਕ ਖੂੰਜੇ 'ਚ ਰਹਿ ਲਵੇਗੀ, ਪਰ ਇਸ ਨੂੰ ਜੀਣ ਦਾ ਸਹਾਰਾ ਮਿਲ ਜਾਵੇਗਾ। ਮੈਂ ਕਿਹਾ, ਤੂੰ ਜਾਣਦੀ ਆ ਕਿ ਮੇਰਾ ਬੇਟਾ ਓਬਰਾਏ ਮਲਟੀਨੈਸ਼ਨਲ ਕੰਪਨੀ ਦਾ ਇਕਲੌਤਾ ਵਾਰਸ ਆ। ਇਹ ਕੁੜੀ ਕੀ ਆ, ਇੱਕ ਮਾਮੂਲੀ ਜੀ ਨੌਕਰਾਣੀ ਦੀ ਬੇਟੀ ਜਿਸ ਦੀ ਕੋਈ ਔਕਾਤ ਨਹੀਂ। ਤੇਰੀ ਬੇਟੀ ਦੇ ਨਾਲ ਮੇਰੇ ਬੇਟੇ ਦਾ ਕੋਈ ਜੋੜ ਨਹੀਂ। ਕਾਮਣੀ ਕਹਿਣ ਲੱਗੀ, ਪਰ ਮਾਲਕ, ਮੇਰੀ ਬੇਟੀ ਨਾਲ ਵਿਆਹ ਕੌਣ ਕਰੇਗਾ। ਮੈਂ ਕਿਹਾ, ਮੇਰੇ ਬੇਟੇ ਦੇ ਨਾਲ ਤੇਰੀ ਬੇਟੀ ਦਾ ਵਿਆਹ ਨਹੀਂ ਹੋਵੇਗਾ। ਤੂੰ ਆਪਣੀ ਬੇਟੀ ਦਾ ਵਿਆਹ ਜਿੱਥੇ ਮਰਜ਼ੀ ਚਾਹੇ ਕਰ ਦੇ, ਮੇਰੇ ਤੋਂ ਪੈਸੇ ਲੈ ਲਾ। ਤਾਂ ਉਹ ਕਹਿਣ ਲੱਗੀ ਕਿ ਮੈਂ ਪੈਸੇ ਕੀ ਕਰਨੇ ਆ, ਆਖਰਕਾਰ ਤੁਹਾਡੇ ਬੇਟੇ ਨੇ ਮੇਰੀ ਬੇਟੀ ਦੀ ਇੱਜ਼ਤ ਖਰਾਬ ਕੀਤੀ ਆ। ਮੇਰੀ ਬੇਟੀ ਕਿਸੇ ਨੂੰ ਮੂੰਹ ਦਿਖਾਉਣ ਦੇ ਲਾਇਕ ਨਹੀਂ ਰਹੀ। ਮੈਂ ਕਿਹਾ, ਜੇ ਮੈਂ ਤੇਰੀ ਬੇਟੀ ਨੂੰ ਆਪਣੇ ਘਰ ਦੀ ਬਹੂ ਬਣਾ ਲਿਆ ਤਾਂ ਮੈਂ ਕਿਸੇ ਨੂੰ ਮੂੰਹ ਦਿਖਾਉਣ ਦੇ ਲਾਇਕ ਨਹੀਂ ਰਹਾਂਗਾ। ਨਿਕਲ ਜਾਓ ਇੱਥੋਂ ਇਸੇ ਵਕਤ, ਇਸ ਤੋਂ ਪਹਿਲਾਂ ਕਿ ਮੈਂ ਪੁਲਿਸ ਨੂੰ ਬੁਲਾ ਲਵਾਂ। ਮੈਂ ਤੇਰੀ ਬੇਟੀ ਉੱਤੇ ਚੋਰੀ ਦਾ ਇਲਜ਼ਾਮ ਲਗਾ ਕੇ ਇਸ ਨੂੰ ਜੇਲ੍ਹ ਭੇਜ ਸਕਦਾ। ਮੈਂ ਕੋਈ ਗਲਤ ਕਦਮ ਨਾ ਚੁੱਕਾਂ, ਇਸ ਤੋਂ ਪਹਿਲਾਂ ਤੁਸੀਂ ਇੱਥੋਂ ਚਲੇ ਜਾਓ। ਮੇਰੀ ਗੱਲ ਸੁਣ ਕੇ ਉਹ ਦੋਨੋਂ ਮਾਂ ਬੇਟੀ ਉੱਚੀ ਉੱਚੀ ਰੋਣ ਲੱਗੀਆਂ। ਤਾਂ ਸ਼ੀਤਲ ਨੇ ਕਾਮਣੀ ਨੂੰ ਕਿਹਾ ਕਿ ਮਾਂ,
ਮੈਂ ਤੈਨੂੰ ਕਿਹਾ ਸੀ ਨਾ ਕਿ ਇਹਨਾਂ ਅਮੀਰ ਲੋਕਾਂ ਦੇ ਸੀਨੇ ਵਿੱਚ ਦਿਲ ਨਹੀਂ ਹੁੰਦਾ। ਤੁਸੀਂ ਤਾਂ ਕਹਿੰਦੇ ਸੀ ਮਾਲਕ ਬਹੁਤ ਚੰਗੇ ਆ, ਗਰੀਬਾਂ ਦੇ ਬਾਰੇ ਵਿੱਚ ਬਹੁਤ ਸੋਚਦੇ ਆ, ਪਰ ਇੱਥੇ ਤਾਂ ਮਾਲਕ ਪਹਿਲਾਂ ਹੀ ਆਪਣੇ ਬੇਟੇ ਦੇ ਬਾਰੇ ਵਿੱਚ ਸੋਚ ਰਹੇ ਆ। ਕਾਮਣੀ ਦੁਬਾਰਾ ਤੋਂ ਮੇਰੇ ਪੈਰ ਫੜਨ ਆ ਰਹੀ ਸੀ ਤਾਂ ਮੈਂ ਪਿੱਛੇ ਹਟ ਗਿਆ। ਉਸਨੇ ਆਪਣੀ ਬੇਟੀ ਨੂੰ ਕਿਹਾ ਕਿ ਤੂੰ ਬਿਲਕੁਲ ਠੀਕ ਕਹਿ ਰਹੀ ਆ। ਉਸਨੇ ਮੇਰੇ ਵੱਲ ਵੇਖ ਕੇ ਕਿਹਾ, ਮਾਲਕ ਮੈਨੂੰ ਤੁਹਾਡੇ ਤੋਂ ਅਜਿਹੀ ਉਮੀਦ ਨਹੀਂ ਸੀ। ਤੁਸੀਂ ਮੇਰੀ ਬੇਟੀ ਦੇ ਨਾਲ ਨਾਇਨਸਾਫੀ ਕੀਤੀ ਆ, ਇਸ ਦਾ ਕੀਤਾ ਹੋਇਆ ਤੁਹਾਡੇ ਅੱਗੇ ਜ਼ਰੂਰ ਆਵੇਗਾ। ਮੇਰੀ ਬੇਟੀ ਦੀ ਜ਼ਿੰਦਗੀ ਬਰਬਾਦ ਕਰਕੇ ਤੁਹਾਨੂੰ ਅਤੇ ਤੁਹਾਡੇ ਬੇਟੇ ਨੂੰ ਕੀ ਮਿਲਿਆ? ਮੈਂ ਤਾਂ ਗਰੀਬ ਔਰਤ ਹਾਂ, ਇਹ ਸਭ ਕੁਝ ਝੱਲ ਜਾਵਾਂਗੀ, ਪਰ ਤੁਸੀਂ ਤਾਂ ਅਮੀਰ ਆਦਮੀ ਹੋ। ਜਦੋਂ ਇੱਕ ਦਿਨ ਇਹ ਸਭ ਤੁਹਾਡੀ ਬੇਟੀ ਦੇ ਨਾਲ ਹੋਵੇਗਾ ਤਾਂ ਤੁਹਾਡੇ ਤੋਂ ਬਰਦਾਸ਼ਤ ਨਹੀਂ ਹੋਵੇਗਾ। ਉਦੋਂ ਤੁਹਾਨੂੰ ਮੇਰੀ ਤਕਲੀਫ ਦਾ ਅੰਦਾਜ਼ਾ ਹੋਵੇਗਾ। ਮੈਂ ਆਪਣੀ ਬੇਟੀ ਦੀ ਪਰੇਸ਼ਾਨੀ ਨਾਲ ਕਿੰਨੀ ਵੱਡੀ ਤਕਲੀਫ ਵਿੱਚੋਂ ਲੰਘ ਰਹੀ ਹਾਂ। ਤੁਸੀਂ ਮੇਰੀ ਬੇਟੀ ਦੇ ਨਾਲ ਚੰਗਾ ਨਹੀਂ ਕੀਤਾ। ਇੱਕ ਦਿਨ ਤੁਹਾਡੀ ਬੇਟੀ ਦੇ ਨਾਲ ਵੀ ਅਜਿਹਾ ਹੀ ਹੋਵੇਗਾ, ਤੁਹਾਨੂੰ ਮੇਰੀ ਬਦਦੁਆ ਲੱਗੇਗੀ। ਇਹ ਕਹਿ ਕੇ ਉਹ ਰੋਂਦੀ ਹੋਈ ਮੇਰੇ ਘਰ ਚੋਂ ਨਿਕਲ ਗਈ, ਪਰ ਮੈਨੂੰ ਉਸ ਉੱਤੇ ਬਹੁਤ ਅਫਸੋਸ ਹੋ ਰਿਹਾ ਸੀ। ਉਸ ਦੇ ਜਾਣ ਦੇ ਬਾਅਦ ਮੇਰਾ ਬੇਟਾ ਕਹਿਣ ਲੱਗਿਆ, ਡੈਡ, ਕਾਮਣੀ ਆਂਟੀ ਤੇ ਉਸ ਦੀ ਬੇਟੀ ਦੀ ਸਾਰੀ ਹਕੀਕਤ ਅੱਜ ਤੁਹਾਡੇ ਸਾਹਮਣੇ ਖੁੱਲ੍ਹ ਕੇ ਆ ਗਈ। ਇਸ ਲਈ ਤਾਂ ਕਹਿੰਦੇ ਆ ਕਿ ਨੌਕਰਾਂ ਨੂੰ ਜ਼ਿਆਦਾ ਸਿਰ 'ਤੇ ਚੜ੍ਹਾ ਕੇ ਨਹੀਂ ਰੱਖਣਾ ਚਾਹੀਦਾ। ਉਦੋਂ ਹੀ ਮੈਂ ਪਿੱਛੇ ਮੁੜਿਆ ਤੇ ਆਪਣੇ ਬੇਟੇ ਦੇ ਗਲ 'ਤੇ ਇੱਕ ਜ਼ੋਰ ਨਾਲ ਥੱਪੜ ਮਾਰ ਦਿੱਤਾ। ਮੈਂ ਕਿਹਾ ਕਿ ਸੱਚ ਕੀ ਆ, ਇਹ ਮੈਂ ਬਹੁਤ ਚੰਗੇ ਤਰੀਕੇ ਨਾਲ ਜਾਣਦਾ। ਮੈਨੂੰ ਸ਼ਰਮ ਆਉਂਦੀ ਆ ਤੈਨੂੰ ਆਪਣਾ ਬੇਟਾ ਕਹਿੰਦੇ ਹੋਏ। ਮੈਂ ਅੱਜ ਤੈਨੂੰ ਬਚਾ ਲਿਆ ਸਿਰਫ ਇਸ ਲਈ ਕਿਉਂਕਿ ਮੈਂ ਉਸ ਦੀ ਬੇਟੀ ਨੂੰ ਆਪਣੇ ਘਰ ਦੀ ਬਹੂ ਨਹੀਂ ਬਣਾ ਸਕਦਾ ਸੀ। ਦੇਖ ਤਾਂ ਮੈਨੂੰ ਵੀ ਰਿਹਾ ਸੀ ਤੇ ਮੈਂ ਸ਼ੀਤਲ ਦੇ ਨਾਲ ਨਾਇਨਸਾਫੀ ਕੀਤੀ ਆ ਤੇ ਤੂੰ ਉਸ ਦੀ ਇੱਜ਼ਤ ਖਰਾਬ ਕੀਤੀ ਆ। ਤੇਰੇ ਕੋਲ ਵੀ ਵਕਤ ਆ ਕਿ ਸੁਧਰ ਜਾ। ਇਹ ਤੇਰੀ ਪਹਿਲੀ ਅਤੇ ਆਖਰੀ ਗਲਤੀ ਹੋਣੀ ਚਾਹੀਦੀ ਆ। ਅੱਗੇ ਤੋਂ ਤੂੰ ਕਿਸੇ ਵੀ ਤਰ੍ਹਾਂ ਦੀ ਕੋਈ ਗਲਤੀ ਕੀਤੀ ਤਾਂ ਮੈਂ ਤੈਨੂੰ ਘਰ ਚੋਂ ਕੱਢ ਦੇਵਾਂਗਾ। ਮੇਰਾ ਬੇਟਾ ਆਪਣੀ ਗੱਲ ਪਲੋਸਦਾ ਹੋਇਆ ਚੁੱਪ ਕਰਕੇ ਉੱਥੋਂ ਚਲਾ ਗਿਆ ਕਿਉਂਕਿ ਉਹ ਸਮਝ ਗਿਆ ਸੀ ਕਿ ਮੈਂ ਸਾਰਾ ਸੱਚ ਜਾਣਦੇ ਹੋਏ ਵੀ ਆਪਣੇ ਬੇਟੇ ਦੀ ਹੀ ਸਾਈਡ ਲਈ ਆ। ਸਾਰੀ ਰਾਤ ਮੈਂ ਸਕੂਨ ਨਾਲ ਸੌਂ ਨਾ ਸਕਿਆ ਕਿਉਂਕਿ ਮੈਨੂੰ ਕਾਮਣੀ ਦੀ ਅਤੇ ਉਸ ਦੀ ਬੇਟੀ ਦੀ ਫਿਕਰ ਹੋ ਰਹੀ ਸੀ। ਮੈਨੂੰ ਮਨ ਹੀ ਮਨ ਅਫਸੋਸ ਹੋ ਰਿਹਾ ਸੀ ਕਿ ਮੈਂ ਉਸ ਦੇ ਨਾਲ ਬਹੁਤ ਗਲਤ ਕੀਤਾ। ਉਹ ਤਾਂ ਮੈਨੂੰ ਹੀ ਆਪਣਾ ਸਭ ਕੁਝ ਮੰਨਦੀ ਸੀ, ਤਾਂ ਹੀ ਤਾਂ ਬੜੀ ਉਮੀਦ ਦੇ ਨਾਲ ਉਹ ਇੱਥੇ ਆਪਣੀ ਬੇਟੀ ਨੂੰ ਇਨਸਾਫ ਦਿਵਾਉਣ ਦੇ ਲਈ ਆਈ ਸੀ। ਮੇਰੀ ਬੇਟੀ ਅਤੇ ਪਤਨੀ ਜਦੋਂ ਘਰ ਆਈਆਂ ਤਾਂ ਉਹਨਾਂ ਨੇ ਮੈਨੂੰ ਕਾਮਣੀ ਅਤੇ ਸ਼ੀਤਲ ਦੇ ਬਾਰੇ ਵਿੱਚ ਪੁੱਛਿਆ ਤਾਂ ਮੈਂ ਉਹਨਾਂ ਨੂੰ ਕਹਿ ਦਿੱਤਾ ਕਿ ਉਹ ਦੋਨੋਂ ਇੱਥੋਂ ਕੰਮ ਛੱਡ ਕੇ ਜਾ ਚੁੱਕੀਆਂ। ਉਸ ਦੇ ਇਲਾਵਾ ਮੈਂ ਆਪਣੀ ਪਤਨੀ ਅਤੇ ਬੇਟੀ ਨੂੰ ਕੁਝ ਵੀ ਨਹੀਂ ਦੱਸਿਆ। ਮੇਰੀ ਪਤਨੀ ਤਾਂ ਚੁੱਪ ਹੋ ਗਈ, ਪਰ ਮੇਰੀ ਬੇਟੀ ਨੇ ਕਾਫੀ ਦਿਨਾਂ ਤੱਕ ਉਹਨਾਂ ਦੋਹਾਂ ਦੇ ਬਾਰੇ ਵਿੱਚ ਪੁੱਛਿਆ। ਵਕਤ ਇਸੇ ਤਰ੍ਹਾਂ ਗੁਜ਼ਰਦਾ ਗਿਆ। ਮੇਰਾ ਬੇਟਾ ਵੀ ਹੌਲੀ-ਹੌਲੀ ਸੰਭਲ ਗਿਆ ਕਿਉਂਕਿ ਮੈਂ ਉਸ ਨੂੰ ਸੁਧਾਰਨ ਵਿੱਚ ਬਹੁਤ ਮਿਹਨਤ ਕੀਤੀ। ਮੈਂ ਉਸ ਦੇ ਦੋਸਤਾਂ ਦੇ ਨਾਲ ਉੱਠਣਾ ਬੈਠਣਾ ਘੁੰਮਣਾ ਫਿਰਨਾ ਬੰਦ ਕਰਵਾ ਦਿੱਤਾ ਤੇ ਉਸ ਨੂੰ ਆਪਣੇ ਬਿਜ਼ਨਸ ਵਿੱਚ ਧਿਆਨ ਦੇਣ ਲਈ ਕਿਹਾ। ਉਸ ਦਿਨ ਜੋ ਕੁਝ ਵੀ ਹੋਇਆ ਇਹ ਸਭ ਮੇਰੀ ਪਤਨੀ ਅਤੇ ਬੇਟੀ ਨੂੰ ਨਹੀਂ ਪਤਾ ਸੀ। ਮੇਰਾ ਬੇਟਾ ਵੀ ਮੇਰੇ ਸਾਹਮਣੇ ਆਉਂਦਾ ਤਾਂ ਬਹੁਤ ਸ਼ਰਮਿੰਦਾ ਹੁੰਦਾ। 3 ਸਾਲ ਕਿਵੇਂ ਲੰਘ ਗਏ ਕੁਝ ਪਤਾ ਹੀ ਨਹੀਂ ਚੱਲਿਆ। ਸ਼ੁਰੂ ਵਿੱਚ ਤਾਂ ਮੈਨੂੰ ਕਾਮਣੀ ਅਤੇ ਸ਼ੀਤਲ ਦੀ ਬਹੁਤ ਕਮੀ ਮਹਿਸੂਸ ਹੋਈ ਸੀ ਕਿਉਂਕਿ ਕਾਮਣੀ ਇੱਕ ਤਰ੍ਹਾਂ ਨਾਲ ਸਾਡੀ ਫੈਮਿਲੀ ਮੈਂਬਰ ਬਣ ਗਈ ਸੀ। ਆਖਰਕਾਰ 25 ਸਾਲ ਪਹਿਲਾਂ ਜਦੋਂ ਮੇਰਾ ਵਿਆਹ ਹੋਇਆ ਸੀ ਤਾਂ ਮੇਰੇ ਪਿਤਾ ਜੀ ਨੇ ਉਸ ਨੂੰ ਸਾਡੇ ਘਰ ਨੌਕਰੀ 'ਤੇ ਰੱਖਿਆ ਸੀ। ਮੈਂ ਉਸ ਨੂੰ ਉਦੋਂ ਤੋਂ ਜਾਣਦਾ ਸੀ ਤੇ ਅੱਜ ਅਚਾਨਕ ਤੋਂ ਉਸ ਦੀ ਨੌਕਰੀ ਛੱਡ ਕੇ ਚਲੇ ਜਾਣ ਨਾਲ ਇਹ ਸਭ ਮੇਰੀ ਪਤਨੀ ਅਤੇ ਬੇਟੀ ਨੂੰ ਕੁਝ ਵੀ ਠੀਕ ਨਹੀਂ ਲੱਗਿਆ। ਲੇਕਿਨ ਕੀ ਕਰ ਸਕਦੇ ਸੀ? ਇਸ ਗੱਲ ਨੂੰ ਲੁਕਾਉਣ ਦੇ ਲਈ ਮੈਨੂੰ ਨਾ ਜਾਣੇ ਕਿੰਨੇ ਝੂਠ ਬੋਲਣੇ ਪਏ ਤੇ ਫਿਰ ਵਕਤ ਦੇ ਨਾਲ ਸਭ ਦੇ ਦਿਮਾਗ ਵਿੱਚੋਂ ਕਾਮਣੀ ਅਤੇ ਸ਼ੀਤਲ ਨਿਕਲ ਗਈਆਂ। ਉਹ ਉਸ ਦਿਨ ਦੇ ਬਾਅਦ ਕਿੱਥੇ ਗਈਆਂ, ਉਹਨਾਂ ਦੇ ਨਾਲ ਕੀ ਹੋਇਆ, ਸਾਨੂੰ ਕੁਝ ਵੀ ਨਹੀਂ ਪਤਾ ਕਿਉਂਕਿ ਉਹ ਕਦੇ ਦੁਬਾਰਾ ਮੇਰੇ ਬੰਗਲੇ ਵਿੱਚ ਵਾਪਸ ਨਹੀਂ ਆਈਆਂ ਸੀ। ਮੈਂ ਵੀ ਉਹਨਾਂ ਦੋਹਾਂ ਦੇ ਬਾਰੇ ਵਿੱਚ ਬਿਲਕੁਲ ਭੁੱਲ ਚੁੱਕਿਆ ਸੀ ਤੇ ਉਹ ਦੋਨੋਂ ਕਦੇ ਨਾ ਤਾਂ ਮੈਨੂੰ ਦਿਖਾਈ ਦਿੱਤੀਆਂ ਤੇ ਨਾ ਹੀ ਸਾਡੇ ਘਰ ਵਿੱਚ ਉਹਨਾਂ ਦੇ ਬਾਰੇ ਵਿੱਚ ਕੋਈ ਗੱਲ ਕਰਦਾ ਸੀ। ਮੈਂ ਆਪਣੀ ਬੇਟੀ ਦਾ ਵਿਆਹ ਕਰਨਾ ਚਾਹੁੰਦਾ ਸੀ। ਲੋਕ ਕਹਿੰਦੇ ਸੀ ਕਿ ਪਹਿਲਾਂ ਮੈਂ ਆਪਣੇ ਬੇਟੇ ਦਾ ਵਿਆਹ ਕਰਾਂ, ਪਰ ਮੈਂ ਆਪਣੇ ਬੇਟੇ ਦਾ ਰਿਸ਼ਤਾ ਆਪਣੇ ਬਿਜ਼ਨਸਮੈਨ ਦੋਸਤ ਦੀ ਇਕਲੌਤੀ ਬੇਟੀ ਅਤੇ ਕਰੋੜਾਂ ਦੀ ਮਾਲਕਣ ਨਾਲ ਕਰ ਦਿੱਤਾ ਸੀ ਕਿਉਂਕਿ ਮੈਂ ਆਪਣੇ ਹੀ ਲੈਵਲ ਦੀ
ਬਹੂ ਆਪਣੇ ਘਰ ਵਿੱਚ ਲੈ ਕੇ ਆਉਣਾ ਚਾਹੁੰਦਾ ਸੀ ਅਤੇ ਮੇਰੀ ਬੇਟੀ ਦਾ ਰਿਸ਼ਤਾ ਵੀ ਮੈਂ ਅਜਿਹੇ ਹੀ ਘਰ ਵਿੱਚ ਕਰਨਾ ਚਾਹੁੰਦਾ ਸੀ ਜੋ ਲੋਕ ਸਾਡੇ ਲੈਵਲ ਦੇ ਹੋਣ। ਫਿਰ ਫਾਈਨਲੀ ਮੇਰੀ ਬੇਟੀ ਦੇ ਲਈ ਇੱਕ ਅਜਿਹਾ ਹੀ ਰਿਸ਼ਤਾ ਮਿਲ ਗਿਆ। ਮੇਰੀ ਬੇਟੀ ਦੇ ਸਹੁਰੇ ਵਾਲੇ ਤਾਂ ਯੂਰਪ ਵਿੱਚ ਰਹਿੰਦੇ ਸੀ, ਮੁੰਡਾ ਇਕੱਲਾ ਹੀ ਇੱਥੇ ਰਹਿੰਦਾ ਸੀ ਤੇ ਆਪਣਾ ਸਾਰਾ ਬਿਜ਼ਨਸ ਉਹ ਇਕੱਲਾ ਹੀ ਸੰਭਾਲਦਾ ਸੀ। ਮੈਨੂੰ ਉਹ ਬਹੁਤ ਪਸੰਦ ਆਇਆ ਤੇ ਉਹਨਾਂ ਦੇ ਪੇਰੈਂਟਸ ਉਹਨਾਂ ਦੋਹਾਂ ਦਾ ਵਿਆਹ ਕਰਵਾਉਣ ਦੇ ਬਾਅਦ ਯੂਰਪ ਚਲੇ ਗਏ। ਪਰ ਮੇਰੀ ਬੇਟੀ ਤੇ ਜਵਾਈ ਇਸ ਸ਼ਹਿਰ ਵਿੱਚ ਰਹਿੰਦੇ ਸੀ। ਕਦੇ ਕਦੇ ਮੇਰੇ ਜਵਾਈ ਦਾ ਯੂਰਪ ਆਉਣਾ ਜਾਣਾ ਲੱਗਿਆ ਰਹਿੰਦਾ ਸੀ। ਜਦੋਂ ਉਹ ਯੂਰਪ ਜਾਂਦਾ ਸੀ ਤਾਂ ਉਸ ਨੂੰ ਉੱਥੋਂ ਦਾ ਬਿਜ਼ਨਸ ਸੰਭਾਲਣਾ ਹੁੰਦਾ ਸੀ, ਕਿਉਂਕਿ ਉਸ ਦੇ ਡੈਡ ਨੇ ਉੱਥੇ ਵੀ ਇੱਕ ਕੰਪਨੀ ਖੋਲ੍ਹੀ ਹੋਈ ਸੀ। ਉਹ ਆਪਣੇ ਪੇਰੈਂਟਸ ਦਾ ਇਕਲੌਤਾ ਬੇਟਾ ਸੀ, ਇਸ ਲਈ ਉਸ ਉੱਤੇ ਚਾਰਾਂ ਪਾਸੇ ਜ਼ਿੰਮੇਵਾਰੀ ਸੀ। ਮੇਰੀ ਬੇਟੀ ਆਪਣੇ ਸਹੁਰੇ ਘਰ 'ਚ ਬਹੁਤ ਹੀ ਖੁਸ਼ ਰਹਿ ਰਹੀ ਸੀ। ਮੈਂ ਵੀ ਬੇਫਿਕਰ ਸੀ ਕਿ ਮੇਰੀ ਬੇਟੀ ਨੂੰ ਚੰਗਾ ਸਹੁਰਾ ਘਰ ਮਿਲ ਗਿਆ ਜਿੱਥੇ ਉਹ ਰਾਜ ਕਰ ਰਹੀ ਆ। ਹੌਲੀ ਹੌਲੀ ਮੇਰੀ ਬੇਟੀ ਦੇ ਵਿਆਹ ਨੂੰ 8 ਮਹੀਨੇ ਲੰਘ ਗਏ। ਹੁਣ ਮੈਂ 2 ਮਹੀਨਿਆਂ ਬਾਅਦ ਆਪਣੇ ਬੇਟੇ ਦਾ ਵਿਆਹ ਕਰਨ ਵਾਲਾ ਸੀ। ਸਭ ਕੁਝ ਬਿਲਕੁਲ ਠੀਕ ਚੱਲ ਰਿਹਾ ਸੀ ਜਦੋਂ ਇੱਕ ਦਿਨ ਮੇਰੀ ਬੇਟੀ ਰੋਂਦੇ ਹੋਏ ਘਰ ਆਈ। ਉਸ ਦੀ ਹਾਲਤ ਬਹੁਤ ਖਰਾਬ ਹੋ ਰਹੀ ਸੀ। ਉਹ ਬਸ ਰੋਈ ਜਾ ਰਹੀ ਸੀ। ਸਮਝ ਨਹੀਂ ਆ ਰਿਹਾ ਸੀ ਕਿ ਉਹ ਕਿਉਂ ਰੋ ਰਹੀ ਆ। ਤਾਂ ਮੇਰੀ ਪਤਨੀ ਨੇ ਸੌਮਿਆ ਨੂੰ ਹੱਥ ਲਾ ਕੇ ਦੇਖਿਆ ਤਾਂ ਉਹ ਉੱਚੀ ਉੱਚੀ ਰੋਣ ਲੱਗੀ, ਜਿਵੇਂ ਉਸ ਨੂੰ ਬਹੁਤ ਤੇਜ਼ ਬੁਖਾਰ ਹੋਵੇ। ਮੇਰੀ ਬੇਟੀ ਰੋਂਦੇ ਰੋਂਦੇ ਬੇਹੋਸ਼ ਹੋ ਗਈ। ਅਸੀਂ ਉਸ ਨੂੰ ਹਸਪਤਾਲ 'ਚ ਐਡਮਿਟ ਕਰਵਾ ਦਿੱਤਾ। ਡਾਕਟਰ ਨੇ ਦੱਸਿਆ ਕਿ ਇਹ ਪ੍ਰੈਗਨੈਂਟ ਆ ਤੇ ਇਸ ਨੂੰ 1.5 ਮਹੀਨੇ ਦੀ ਪ੍ਰੈਗਨੈਂਸੀ ਆ। ਇਸ ਨੂੰ ਆਪਣਾ ਖਿਆਲ ਰੱਖਣਾ ਚਾਹੀਦਾ। ਸਟ੍ਰੈਸ ਲੈਣਾ ਇਸ ਦੇ ਲਈ ਠੀਕ ਨਹੀਂ। ਇਹ ਗੱਲ ਸੁਣ ਕੇ ਇੱਕ ਪਾਸੇ ਤਾਂ ਸਾਰੇ ਖੁਸ਼ ਹੀ ਸੀ, ਦੂਜੇ ਪਾਸੇ ਦੁੱਖ ਵੀ ਸਤਾ ਰਿਹਾ ਸੀ ਕਿ ਸਾਡੀ ਬੇਟੀ ਨੂੰ ਆਖਰ ਇੰਨਾ ਸਟ੍ਰੈਸ ਕਿਸ ਗੱਲ ਦਾ ਤੇ ਕਿਉਂ ਇਸ ਦੀ ਕੰਡੀਸ਼ਨ ਅਜਿਹੀ ਹੋ ਗਈ ਆ। ਪਰ ਉਹ ਬੇਹੋਸ਼ ਸੀ ਤੇ ਹੋਸ਼ ਵਿੱਚ ਆਉਂਦੇ ਹੀ ਉਹ ਸਾਨੂੰ ਇਹ ਸਭ ਦੱਸ ਸਕਦੀ ਸੀ। ਅਸੀਂ ਉਸ ਦਾ ਹੋਸ਼ ਵਿੱਚ ਆਉਣ ਦਾ ਇੰਤਜ਼ਾਰ ਕਰ ਰਹੇ ਸੀ। ਲਗਭਗ 2 ਘੰਟਿਆਂ ਦੇ ਬਾਅਦ ਉਹ ਹੋਸ਼ ਵਿੱਚ ਆਈ ਤਾਂ ਮੇਰੀ ਪਤਨੀ ਉਸ ਨੂੰ ਮਿਲਣ ਦੇ ਲਈ ਕਮਰੇ ਵਿੱਚ ਚਲੀ ਗਈ। ਮੈਂ ਵੀ ਦਰਵਾਜ਼ੇ 'ਤੇ ਖੜਾ ਸੀ, ਆਪਣੀ ਬੇਟੀ ਨੂੰ ਦੇਖ ਰਿਹਾ ਸੀ। ਉਹ ਹੋਸ਼ ਵਿੱਚ ਆਉਂਦੇ ਹੀ ਫਿਰ ਤੋਂ ਮੇਰੀ ਪਤਨੀ ਨੂੰ ਲਿਪਟ ਕੇ ਰੋਣ ਲੱਗੀ। ਮੇਰੀ ਪਤਨੀ ਵਾਰ-ਵਾਰ ਉਸ ਨੂੰ ਪੁੱਛ ਰਹੀ ਸੀ ਕਿ ਆਖਰ ਕੀ ਹੋਇਆ, ਤੂੰ ਕਿਉਂ ਰੋ ਰਹੀ ਆਂ? ਤਾਂ ਕੀ ਤੇਰੇ ਪਤੀ ਨੇ ਤੇਰੇ ਨਾਲ ਕੋਈ ਝਗੜਾ ਕੀਤਾ? ਪਰ ਉਹ ਤਾਂ ਇਸ ਸਮੇਂ ਯੂਰਪ ਵਿੱਚ ਆ। ਦੱਸ ਕੀ ਗੱਲ ਆ ਬੇਟਾ, ਅਸੀਂ ਤੇਰੀ ਵਜ੍ਹਾ ਨਾਲ ਬਹੁਤ ਪਰੇਸ਼ਾਨ ਹੋ ਰਹੇ ਹਾਂ। ਫਿਰ ਮੇਰੀ ਬੇਟੀ ਨੇ ਇੱਕ ਅਜਿਹੀ ਸੱਚਾਈ ਆਪਣੀ ਮਾਂ ਨੂੰ ਦੱਸੀ ਜੋ ਮੈਂ ਵੀ ਦਰਵਾਜ਼ੇ 'ਤੇ ਖੜ੍ਹ ਕੇ ਸੁਣ ਰਿਹਾ ਸੀ। ਪਰ ਮੈਨੂੰ ਉਹ ਸਭ ਸੁਣਨ ਦੇ ਬਾਅਦ ਅਜਿਹਾ ਮਹਿਸੂਸ ਹੋ ਰਿਹਾ ਸੀ ਜਿਵੇਂ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਵੇਗੀ। ਮੈਨੂੰ ਆਪਣੇ ਕੰਨਾਂ 'ਤੇ ਵਿਸ਼ਵਾਸ ਨਹੀਂ ਹੋ ਰਿਹਾ ਸੀ। ਮੈਨੂੰ ਚਾਰੇ ਪਾਸੇ ਬਿਜਲੀ ਕੜਕਦੀ ਹੋਈ ਨਜ਼ਰ ਆ ਰਹੀ ਸੀ। ਮੈਨੂੰ ਆਪਣੀ ਜ਼ਿੰਦਗੀ ਬੁਰੀ ਲੱਗਣ ਲੱਗੀ। ਮੈਨੂੰ ਖੁਦ ਨਾਲ ਨਫ਼ਰਤ ਮਹਿਸੂਸ ਹੋਣ ਲੱਗੀ। ਮੇਰੀ ਬੇਟੀ ਰੋਂਦੇ ਹੋਏ ਦੱਸ ਰਹੀ ਸੀ ਕਿ 2 ਮਹੀਨੇ ਪਹਿਲਾਂ ਉਸ ਦੇ ਘਰ ਵਿੱਚ ਮੌਜੂਦ ਉਸ ਦੇ ਪਤੀ ਦੇ ਦੋਸਤ ਨੇ ਇੱਕ ਦਿਨ ਮੇਰੀ ਬੇਟੀ ਆਪਣੇ ਕਮਰੇ ਵਿੱਚ ਆਰਾਮ ਕਰ ਰਹੀ ਸੀ ਜਦੋਂ ਉਸ ਦੇ ਪਤੀ ਦਾ ਦੋਸਤ ਜ਼ਬਰਦਸਤੀ ਉਸ ਦੇ ਕਮਰੇ ਵਿੱਚ ਆਇਆ ਤੇ ਉਸ ਨੇ ਕਮਰੇ ਦਾ ਦਰਵਾਜ਼ਾ ਬੰਦ ਕਰ ਲਿਆ ਤੇ ਉਸ ਨੇ ਉਸ ਦੇ ਨਾਲ ਜ਼ਬਰਦਸਤੀ ਕੀਤੀ। ਮੇਰੀ ਬੇਟੀ ਆਪਣੇ ਆਪ ਨੂੰ ਉਸ ਤੋਂ ਬਚਾ ਨਾ ਸਕੀ ਤੇ ਪਤੀ ਦੇ ਦੋਸਤ ਨੇ ਮੇਰੀ ਬੇਟੀ ਨਾਲ ਬਲਾਤਕਾਰ ਕੀਤਾ। ਤਾਂ ਮੇਰੀ ਬੇਟੀ ਨੇ ਉਸ ਨੂੰ ਧਮਕੀ ਦਿੱਤੀ ਕਿ ਉਹ ਸਭ ਨੂੰ ਉਸ ਦੇ ਬਾਰੇ ਵਿੱਚ ਦੱਸ ਦੇਵੇਗੀ, ਪਰ ਉਸ ਨੇ ਉਲਟਾ ਮੇਰੀ ਬੇਟੀ ਨੂੰ ਹੀ ਧਮਕਾ ਦਿੱਤਾ। ਉਸ ਨੇ ਕਿਹਾ ਕਿ ਜੇ ਤੂੰ ਅਜਿਹਾ ਕੁਝ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੈਂ ਤੇਰੇ ਉੱਤੇ ਇਲਜ਼ਾਮ ਲਾ ਦਊਂਗਾ ਕਿ ਤੁਹਾਡਾ ਕਿਸੇ ਮੁੰਡੇ ਦੇ ਨਾਲ ਚੱਕਰ ਚੱਲ ਰਿਹਾ। ਮੇਰੀ ਬੇਟੀ ਉਸ ਦੇ ਅੱਗੇ ਹੱਥ ਜੋੜ ਰਹੀ ਸੀ ਕਿ ਪਲੀਜ਼ ਮੇਰੇ ਨਾਲ ਅਜਿਹਾ ਨਾ ਕਰ, ਪਰ ਉਹ ਹਰ ਰੋਜ਼ ਆਪਣੇ ਦੋਸਤ ਦੇ ਘਰ ਵਿੱਚ ਨਾ ਹੋਣ ਦਾ ਫਾਇਦਾ ਚੁੱਕਦਾ ਤੇ ਮੇਰੀ ਬੇਟੀ ਦੇ ਨਾਲ ਕਈ ਦਿਨਾਂ ਤੱਕ ਜ਼ਬਰਦਸਤੀ ਕਰਦਾ ਰਿਹਾ। ਮੇਰੀ ਬੇਟੀ ਇਹ ਗੱਲ ਸਾਨੂੰ ਦੱਸਣਾ ਚਾਹੁੰਦੀ ਸੀ, ਪਰ ਅਸੀਂ ਇਹਨਾਂ ਦਿਨਾਂ ਵਿੱਚ ਅਰਜਨ ਦੇ ਵਿਆਹ ਵਿੱਚ ਬਿਜ਼ੀ ਚੱਲ ਰਹੇ ਸੀ। ਉਸ ਨੇ ਕਾਫੀ ਦਿਨਾਂ ਤੱਕ ਇਹ ਗੱਲ ਲੁਕੋਈ ਰੱਖੀ, ਲੇਕਿਨ ਜਿਸ ਦਿਨ ਉਸ ਦਾ ਪਤੀ ਘਰ ਆਇਆ ਤਾਂ ਉਸ ਦੀ ਬਹੁਤ ਜ਼ਿਆਦਾ ਤਬੀਅਤ ਵਿਗੜ ਗਈ। ਉਸ ਦੇ ਪਤੀ ਨੇ ਡਾਕਟਰ ਨੂੰ ਬੁਲਾਇਆ ਤਾਂ ਡਾਕਟਰ ਨੇ ਦੱਸਿਆ ਕਿ ਉਸ ਦੀ ਪਤਨੀ ਪ੍ਰੈਗਨੈਂਟ ਆ। ਇਹ ਸੁਣ ਕੇ ਉਸ ਦੇ ਪਤੀ ਨੂੰ ਇੱਕ ਜ਼ੋਰਦਾਰ ਝਟਕਾ ਲੱਗਿਆ ਤੇ ਉਸ ਨੇ ਇਸ ਬੱਚੇ ਨੂੰ ਆਪਣਾ ਮੰਨਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਮੇਰੀ ਬੇਟੀ ਰੋ ਰੋ ਕੇ ਆਪਣੇ ਪਤੀ ਨੂੰ ਕਿਹਾ ਕਿ ਇਹ ਬੱਚਾ ਤੁਹਾਡਾ ਹੀ ਆ। ਉਸ ਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਸੀ ਕਿ ਉਹ ਉਸ ਦੇ ਦੋਸਤ ਦੇ ਬੱਚੇ ਦੀ ਮਾਂ ਬਣ ਗਈ ਆ, ਕਿਉਂਕਿ ਇਹ ਬੱਚਾ ਸੱਚਮੁੱਚ ਮੇਰੇ ਜਵਾਈ ਦਾ ਨਹੀਂ ਸੀ, ਕਿਉਂਕਿ ਉਸ ਦੀ ਪ੍ਰੈਗਨੈਂਸੀ 1.5 ਮਹੀਨੇ ਦੀ ਸੀ। ਪਰ ਜਦ ਕਿ ਪਿਛਲੇ 3 ਮਹੀਨਿਆਂ ਤੋਂ ਮੇਰੀ ਬੇਟੀ ਦਾ ਪਤੀ ਯੂਰਪ ਗਿਆ ਹੋਇਆ ਸੀ।
ਮੇਰੀ ਬੇਟੀ ਵਾਰ-ਵਾਰ ਉਸ ਨੂੰ ਸਫਾਈ ਦੇ ਰਹੀ ਸੀ ਕਿ ਇਹ ਬੱਚਾ ਸਿਰਫ ਤੇ ਸਿਰਫ ਤੁਹਾਡਾ ਹੀ ਆ, ਪਰ ਮੇਰਾ ਜਵਾਈ ਲਗਾਤਾਰ ਇਹ ਕਹਿ ਰਿਹਾ ਸੀ ਕਿ ਇਹ ਬੱਚਾ ਕਿਤੋਂ ਵੀ ਮੇਰਾ ਨਹੀਂ ਹੋ ਸਕਦਾ। ਮੈਂ ਪਿਛਲੇ 3 ਮਹੀਨਿਆਂ ਤੋਂ ਇੱਥੇ ਨਹੀਂ ਆ ਤੇ ਤੇਰੀ ਪ੍ਰੈਗਨੈਂਸੀ 1.5 ਮਹੀਨੇ ਦੀ ਆ। ਇਸ 1.5 ਮਹੀਨੇ ਤੋਂ ਕਿਹਦੇ ਨਾਲ ਰੰਗ ਰਲੀਆਂ ਮਨਾਉਂਦੀ ਰਹੀ ਆ, ਇਹ ਤਾਂ ਤੂੰ ਹੀ ਜਾਣਦੀ ਆ। ਮੈਂ ਤਾਂ ਕਦੇ ਤੇਰੇ ਉੱਤੇ ਸ਼ੱਕ ਵੀ ਨਹੀਂ ਕੀਤਾ। ਮੈਨੂੰ ਕੀ ਪਤਾ ਕਿ ਤੂੰ ਮੇਰੀ ਪਿੱਠ ਪਿੱਛੇ ਧੋਖਾ ਦੇ ਰਹੀ ਆ। ਆਪਣੇ ਪਤੀ ਦੀ ਸਾਰੀ ਗੱਲ ਸੁਣਨ ਤੇ ਸਮਝਣ ਦੇ ਬਾਅਦ ਮੇਰੀ ਬੇਟੀ ਨੂੰ ਯਾਦ ਆਇਆ ਕਿ ਇਹ ਬੱਚੇ ਦਾ ਅਸਲੀ ਬਾਪ ਕੌਣ ਆ। ਮੇਰੀ ਬੇਟੀ ਨੇ ਆਪਣੇ ਪਤੀ ਨੂੰ ਸਭ ਕੁਝ ਦੱਸ ਦਿੱਤਾ, ਪਰ ਉਸ ਦੇ ਪਤੀ ਨੇ ਉਸ ਦੀ ਕਿਸੇ ਵੀ ਗੱਲ 'ਤੇ ਯਕੀਨ ਨਹੀਂ ਕੀਤਾ। ਉਸ ਨੇ ਕਿਹਾ ਕਿ ਹੁਣ ਆਪਣੀ ਸੱਚਾਈ ਨੂੰ ਲੁਕਾਉਣ ਦੇ ਲਈ ਤੂੰ ਸਾਰਾ ਇਲਜ਼ਾਮ ਮੇਰੇ ਦੋਸਤ 'ਤੇ ਲਾ ਰਹੀ ਆ। ਮੇਰਾ ਦੋਸਤ ਤੇਰੇ ਨਾਲ ਅਜਿਹਾ ਨਹੀਂ ਕਰ ਸਕਦਾ। ਮੇਰੀ ਬੇਟੀ ਉੱਚੀ ਉੱਚੀ ਰੋ ਰਹੀ ਸੀ ਤੇ ਚੀਖ ਚੀਖ ਕੇ ਕਹਿ ਰਹੀ ਸੀ ਕਿ ਉਸ ਦੇ ਨਾਲ ਇਹ ਸਭ ਤੁਹਾਡੇ ਦੋਸਤ ਨੇ ਕੀਤਾ। ਫਿਰ ਉਸ ਨੇ ਆਪਣੇ ਦੋਸਤ ਨੂੰ ਉੱਥੇ ਬੁਲਾਇਆ ਤਾਂ ਮੇਰੇ ਜਵਾਈ ਨੇ ਆਪਣੇ ਦੋਸਤ ਨੂੰ ਸਵਾਲ ਕੀਤਾ ਤਾਂ ਉਹ ਪੂਰੀ ਗੱਲ ਸੁਣਨ ਦੇ ਬਾਅਦ ਕਹਿਣ ਲੱਗਿਆ ਕਿ ਇਹ ਸੱਚ ਹੋ ਸਕਦਾ ਕਿ ਇਹ ਬੱਚਾ ਮੇਰਾ ਹੋਵੇ, ਪਰ ਮੈਂ ਇਸ ਨਾਲ ਕੋਈ ਜ਼ਬਰਦਸਤੀ ਨਹੀਂ ਕੀਤੀ। ਮੈਂ ਤਾਂ ਇੱਕ ਦਿਨ ਘਰ ਆਇਆ ਤਾਂ ਇਹ ਮੈਨੂੰ ਗੰਦੇ ਗੰਦੇ ਇਸ਼ਾਰੇ ਕਰਨ ਲੱਗੀ। ਮੈਂ ਇਸ ਨੂੰ ਬਹੁਤ ਰੋਕਿਆ ਕਿ ਭਾਬੀ ਤੂੰ ਅਜਿਹਾ ਨਾ ਕਰ, ਤਾਂ ਇਸ ਨੇ ਮੈਨੂੰ ਆਪਣੇ ਜਾਲ ਵਿੱਚ ਫਸਾਉਣਾ ਸ਼ੁਰੂ ਕਰ ਦਿੱਤਾ। ਮੈਂ ਤਾਂ ਇੱਕ ਮਰਦ ਸੀ, ਮੈਂ ਕਿਵੇਂ ਪਿੱਛੇ ਹਟ ਸਕਦਾ ਸੀ। ਇਸ ਦੇ ਕਹਿਣ 'ਤੇ ਹੀ ਮੈਂ ਆਪਣੀਆਂ ਭਾਵਨਾਵਾਂ ਵਿੱਚ ਬਹਿ ਗਿਆ। ਇਹ ਗੱਲ ਸੁਣ ਕੇ ਮੇਰੇ ਜਵਾਈ ਦਾ ਖੂਨ ਖੌਲ ਉੱਠਿਆ ਤੇ ਉਸ ਨੇ ਮੇਰੀ ਬੇਟੀ ਦੇ ਥੱਪੜ ਮਾਰ ਦਿੱਤਾ। ਉਸ ਨੇ ਕਿਹਾ ਕਿ ਮੈਨੂੰ ਤੇਰੇ ਤੋਂ ਇਹ ਉਮੀਦ ਨਹੀਂ ਸੀ ਕਿ ਤੂੰ ਖੁਦ ਠੀਕ ਨਹੀਂ ਤੇ ਇਲਜ਼ਾਮ ਮੇਰੇ ਦੋਸਤ 'ਤੇ ਲਾ ਰਹੀ ਆ। ਮੇਰੀ ਬੇਟੀ ਵਾਰ-ਵਾਰ ਉਸ ਨੂੰ ਇਹੀ ਗੱਲ ਕਹਿ ਰਹੀ ਸੀ ਕਿ ਇਹ ਝੂਠ ਬੋਲ ਰਿਹਾ, ਮੇਰੀ ਇੱਜ਼ਤ ਇਸ ਨੇ ਖਰਾਬ ਕੀਤੀ ਆ, ਮੈਂ ਸੱਚ ਕਹਿ ਰਹੀ ਆ। ਪਰ ਉਸ ਦਾ ਪਤੀ ਉਸ ਦੀ ਕੋਈ ਵੀ ਗੱਲ ਸੁਣਨ ਦੇ ਲਈ ਤਿਆਰ ਨਹੀਂ ਸੀ ਤੇ ਉਸ ਨੇ ਉਸ ਨੂੰ ਕਰੈਕਟਰ ਦੀ ਗਲਤ ਸਾਬਤ ਕਰਕੇ ਆਪਣੇ ਦੋਸਤ ਦੀਆਂ ਗੱਲਾਂ 'ਤੇ ਭਰੋਸਾ ਕਰਕੇ ਮੈਨੂੰ ਡਿਵੋਰਸ ਦੇ ਦਿੱਤਾ ਤੇ ਘਰ 'ਚੋਂ ਕੱਢ ਦਿੱਤਾ। ਤਾਂ ਹੀ ਮੈਂ ਰੋਂਦੇ ਹੋਏ ਆਪਣੇ ਘਰ ਵਾਪਸ ਆ ਗਈ। ਇਹ ਸਭ ਆਪਣੀ ਮਾਂ ਨੂੰ ਦੱਸ ਕੇ ਉਹ ਉੱਚੀ ਉੱਚੀ ਰੋ ਰਹੀ ਸੀ। ਡਾਕਟਰ ਨੇ ਉਸ ਨੂੰ ਮਨਾ ਕੀਤਾ ਸੀ ਕਿ ਉਹ ਆਪਣੇ ਦਿਮਾਗ ਉੱਤੇ ਜ਼ੋਰ ਨਾ ਪਾਵੇ ਤੇ ਪਰੇਸ਼ਾਨ ਨਾ ਹੋਵੇ, ਕਿਉਂਕਿ ਅਜਿਹਾ ਕਰਨ ਨਾਲ ਉਸ ਦੇ ਬੱਚੇ ਦੀ ਸਿਹਤ ਉੱਤੇ ਫਰਕ ਪੈ ਸਕਦਾ। ਉਦੋਂ ਹੀ ਉਸ ਦੀ ਸ਼ੁਰੂਆਤ ਦੇ ਦਿਨ ਸੀ, ਇਸ ਲਈ ਉਸ ਨੂੰ ਆਪਣਾ ਖਿਆਲ ਰੱਖਣ ਦੀ ਜ਼ਰੂਰਤ ਸੀ, ਪਰ ਉਸ ਦੇ ਪਤੀ ਨੇ ਉਸ ਨੂੰ ਡਿਵੋਰਸ ਦੇ ਦਿੱਤਾ। ਇਹ ਸਦਮਾ ਉਸ ਨੂੰ ਬਰਦਾਸ਼ਤ ਨਹੀਂ ਹੋ ਰਿਹਾ ਸੀ। ਕੁਝ ਸਮੇਂ ਬਾਅਦ ਮੇਰੀ ਬੇਟੀ ਦੀ ਤਬੀਅਤ ਕੁਝ ਠੀਕ ਹੋਈ ਤਾਂ ਅਸੀਂ ਉਸ ਨੂੰ ਲੈ ਕੇ ਘਰ ਆਏ। ਘਰ ਆਉਣ ਦੇ ਬਾਅਦ ਵੀ ਉਹ ਬਹੁਤ ਰੋਂਦੀ ਰਹਿੰਦੀ। ਉਹ ਮੇਰੇ ਸਾਹਮਣੇ ਉੱਚੀ ਉੱਚੀ ਰੋਣ ਲੱਗਦੀ ਤੇ ਕਹਿ ਰਹੀ ਸੀ ਕਿ ਪਾਪਾ, ਆਖਰ ਮੇਰੇ ਤੋਂ ਅਜਿਹੀ ਕਿਹੜੀ ਗਲਤੀ ਹੋ ਗਈ ਜਿਸ ਦੀ ਸਜ਼ਾ ਮੈਨੂੰ ਮਿਲੀ ਆ। ਜਿਸ ਤਰ੍ਹਾਂ ਮੇਰੀ ਬੇਟੀ ਉਸ ਦਿਨ ਰੋ ਰਹੀ ਸੀ, ਉਸੇ ਤਰ੍ਹਾਂ ਇੱਕ ਦਿਨ ਕਾਮਣੀ ਅਤੇ ਉਸ ਦੀ ਬੇਟੀ ਵੀ ਮੇਰੇ ਪੈਰ ਫੜ ਕੇ ਰੋ ਰਹੀਆਂ ਸੀ। ਫਰਕ ਸਿਰਫ ਇੰਨਾ ਸੀ ਕਿ ਉਹ ਦੋਨੋਂ ਮੇਰੇ ਤੋਂ ਇਨਸਾਫ ਦੀ ਉਮੀਦ ਲਗਾ ਰਹੀਆਂ ਸੀ, ਜਦ ਕਿ ਮੇਰੀ ਬੇਟੀ ਮੇਰੇ ਤੋਂ ਸਵਾਲ ਕਰ ਰਹੀ ਸੀ ਕਿ ਆਖਰ ਉਸ ਨੂੰ ਕਿਸ ਜੁਰਮ ਦੀ ਸਜ਼ਾ ਦਿੱਤੀ ਗਈ ਆ। ਇਹਨਾਂ 3 ਸਾਲਾਂ ਵਿੱਚ ਮੈਨੂੰ ਕਦੇ ਕਾਮਣੀ ਅਤੇ ਸ਼ੀਤਲ ਦੀ ਯਾਦ ਨਹੀਂ ਆਈ, ਪਰ ਅੱਜ ਆਪਣੀ ਬੇਟੀ ਦੀ ਹਾਲਤ ਦੇਖ ਕੇ ਮੈਨੂੰ ਰਿਅਲਾਈਜ਼ ਹੋਇਆ ਕਿ ਕੁਝ ਸਮੇਂ ਪਹਿਲਾਂ ਮੈਂ ਉਹਨਾਂ ਦੋਹਾਂ ਦੇ ਨਾਲ ਬਹੁਤ ਗਲਤ ਕੀਤਾ ਸੀ। ਕਾਮਣੀ ਦੀ ਬੇਟੀ ਵੀ ਕੁਝ ਇਸੇ ਤਰ੍ਹਾਂ ਹੀ ਹਵਸ ਦੀ ਸ਼ਿਕਾਰ ਹੋਈ ਸੀ ਤੇ ਅਜਿਹਾ ਕਰਨ ਵਾਲਾ ਮੇਰਾ ਬੇਟਾ ਸੀ। ਮੇਰਾ ਬੇਟਾ ਵੀ ਅੱਜ ਆਪਣੀ ਭੈਣ ਦੀ ਹਾਲਤ ਤੇ ਦੇਖ ਕੇ ਬਹੁਤ ਸ਼ਰਮਿੰਦਾ ਹੋ ਰਿਹਾ ਸੀ। ਮੈਂ ਆਪਣੀ ਬੇਟੀ ਨੂੰ ਸੰਭਾਲਿਆ ਤੇ ਉਸ ਨੂੰ ਕਿਹਾ ਕਿ ਗਲਤੀ ਤੇਰੇ ਤੋਂ ਨਹੀਂ, ਬਲਕਿ ਗਲਤੀ ਤਾਂ ਮੇਰੇ ਤੋਂ ਤੇ ਤੇਰੇ ਭਰਾ ਤੋਂ ਹੋਈ ਆ। ਉਸ ਨੇ ਤੇ ਉਸ ਦੀ ਮੰਮੀ ਨੇ ਹੈਰਾਨ ਹੋ ਕੇ ਮੈਨੂੰ ਦੇਖਿਆ। ਜਿਸ ਦੀ ਸਜ਼ਾ ਮੇਰੀ ਬੇਟੀ ਨੂੰ ਦਿੱਤੀ ਗਈ ਸੀ, ਪਰ ਮੇਰੀ ਬੇਟੀ ਦੀ ਕੋਈ ਗਲਤੀ ਨਹੀਂ ਸੀ। ਮੈਂ 3 ਸਾਲ ਪਹਿਲਾਂ ਹੋਏ ਇਸ ਹਾਦਸੇ ਦੇ ਬਾਰੇ ਵਿੱਚ ਉਹਨਾਂ ਦੋਹਾਂ ਮਾਂ ਬੇਟੀ ਨੂੰ ਦੱਸਿਆ ਤਾਂ ਉਹਨਾਂ ਨੇ ਆਪਣੇ ਕੰਨਾਂ 'ਤੇ ਵਿਸ਼ਵਾਸ ਨਹੀਂ ਹੋ ਰਿਹਾ ਸੀ। ਮੇਰਾ ਬੇਟਾ ਇਹ ਸਭ ਸੁਣ ਕੇ ਨਜ਼ਰ ਝੁਕਾ ਕੇ ਖੜਾ ਹੋ ਗਿਆ, ਕਿਉਂਕਿ ਉਹ ਅੱਜ ਆਪਣੀ ਭੈਣ ਦੇ ਸਾਹਮਣੇ ਨਜ਼ਰ ਮਿਲਾਉਣ ਦੇ ਕਾਬਿਲ ਨਹੀਂ ਰਿਹਾ ਸੀ। ਮੇਰੀ ਬੇਟੀ ਆਪਣੇ ਭਰਾ ਦੇ ਕੋਲ ਗਈ ਤੇ ਕਹਿਣ ਲੱਗੀ, ਵੀਰੇ, ਅੱਜ ਤਾਂ ਤੁਹਾਨੂੰ ਸ਼ੀਤਲ ਦੀ ਤਕਲੀਫ ਦਾ ਅੰਦਾਜ਼ਾ ਹੋ ਗਿਆ ਹੋਵੇਗਾ ਨਾ। ਆਖਰ ਤੂੰ ਉਸ ਦੇ ਨਾਲ ਅਜਿਹਾ ਕਿਉਂ ਕੀਤਾ? ਤੂੰ ਜਿਵੇਂ ਉਸ ਦੇ ਨਾਲ ਕੀਤਾ ਉਵੇਂ ਹੀ ਅੱਜ ਤੇਰੀ ਭੈਣ ਭੁਗਤ ਰਹੀ ਆ। ਜਦ ਕਿ ਸ਼ਰਮਿੰਦਾ ਤਾਂ ਮੈਂ ਵੀ ਬਹੁਤ ਸੀ। ਮੈਂ ਚਾਹੁੰਦਾ ਤਾਂ ਕਾਮਣੀ ਦੀ ਬੇਟੀ ਨੂੰ ਆਪਣੇ ਘਰ ਦੀ ਬਹੂ ਬਣਾ ਕੇ ਉਸ ਦੇ ਨਾਲ ਇਨਸਾਫ ਕਰ ਸਕਦਾ ਸੀ, ਪਰ ਮੈਂ ਅਜਿਹਾ ਨਹੀਂ ਕੀਤਾ। ਦੌਲਤ ਤੇ ਰੁਪਈਆ ਪੈਸਾ ਹੀ ਸਭ ਕੁਝ ਨਹੀਂ ਹੁੰਦਾ। ਅੱਜ ਮੈਨੂੰ ਇਸ ਗੱਲ ਦਾ ਅਹਿਸਾਸ ਹੋ ਰਿਹਾ ਸੀ। ਦੌਲਤ ਦੀ ਵਜ੍ਹਾ ਨਾਲ ਮੈਂ ਆਪਣੀ ਬੇਟੀ ਦਾ ਵਿਆਹ ਅਮੀਰ ਮੁੰਡੇ ਦੇ ਨਾਲ ਕਰਵਾ ਦਿੱਤਾ ਸੀ, ਪਰ ਮੈਂ ਇਹ ਨਹੀਂ ਜਾਣਦਾ ਸੀ
ਕਿ ਅਮੀਰ ਮੁੰਡਾ ਮੇਰੀ ਬੇਟੀ ਨੂੰ ਸਿਰਫ ਦੌਲਤ ਦੇ ਸਕਦਾ, ਪਿਆਰ ਕਦੇ ਨਹੀਂ ਦੇ ਸਕਦਾ। ਉਸਨੇ ਬਿਨਾਂ ਸੱਚਾਈ ਜਾਣੇ ਮੇਰੀ ਬੇਟੀ ਨੂੰ ਡਿਵੋਰਸ ਦੇ ਕੇ ਘਰ ਚੋਂ ਕੱਢ ਦਿੱਤਾ। ਜੇ ਮੇਰੀ ਬੇਟੀ ਨੂੰ ਪਿਆਰ ਕਰਦਾ ਹੁੰਦਾ ਤਾਂ ਉਸ ਦੀ ਗੱਲ ਉੱਤੇ ਯਕੀਨ ਕਰਦਾ, ਪਰ ਇੱਕ ਦਿਨ ਮੈਂ ਵੀ ਤਾਂ ਕਾਮਣੀ ਦੀ ਬੇਟੀ ਦੀਆਂ ਗੱਲਾਂ ਉੱਤੇ ਯਕੀਨ ਨਹੀਂ ਕੀਤਾ ਸੀ ਤੇ ਉਹਨਾਂ ਦੋਹਾਂ ਮਾਂ ਬੇਟੀ ਨੂੰ ਜਲੀਲ ਕਰਕੇ ਇਸ ਘਰ ਚੋਂ ਕੱਢ ਦਿੱਤਾ ਸੀ। ਉਹ ਵਿਚਾਰੀਆਂ ਨਾ ਜਾਣੇ ਕਿਸ ਤਕਲੀਫ ਵਿੱਚੋਂ ਲੰਘ ਰਹੀਆਂ ਹੋਣਗੀਆਂ। ਇੱਥੋਂ ਜਾਣ ਦੇ ਬਾਅਦ ਨਾ ਜਾਣੇ ਉਹਨਾਂ ਦੋਨੋਂ ਮਾਂ ਬੇਟੀ ਦਾ ਕੀ ਹਾਲ ਹੋਇਆ ਹੋਵੇਗਾ। ਕਾਮਣੀ ਵਾਰ-ਵਾਰ ਰੋਂਦੇ ਹੋਏ ਕਹਿ ਰਹੀ ਸੀ ਕਿ ਉਸ ਦੀ ਬੇਟੀ ਦਾ ਘਰ ਕਦੇ ਨਹੀਂ ਬਸ ਸਕੇਗਾ, ਪਰ ਉਹ ਜਾਂਦੇ ਸਮੇਂ ਇਹ ਵੀ ਬਦਦੁਆ ਦੇ ਕੇ ਗਈ ਕਿ ਇੱਕ ਦਿਨ ਤੇਰੀ ਬੇਟੀ ਦੇ ਨਾਲ ਵੀ ਅਜਿਹਾ ਹੋਵੇਗਾ ਤੇ ਸਾਡੇ ਨਾਲ ਕਰਨੀ ਭਰਨੀ ਹੋਈ ਸੀ। ਮੇਰੀ ਬੇਟੀ ਦਾ ਘਰ ਵੀ ਨਹੀਂ ਬਚ ਸਕਿਆ ਤੇ ਮੇਰਾ ਬੇਟਾ ਵੀ ਰੋ ਰਿਹਾ ਸੀ ਕਿਉਂਕਿ ਅਸੀਂ ਸੌਮਿਆ ਦੀ ਤਕਲੀਫ ਨੂੰ ਨਹੀਂ ਦੇਖ ਸਕਦੇ ਸੀ। ਸੌਮਿਆ ਬਹੁਤ ਵੱਡੀ ਮੁਸੀਬਤ ਵਿੱਚ ਫਸ ਗਈ ਸੀ। ਇਹ ਬੱਚਾ ਉਸ ਦਾ ਨਜਾਇਜ਼ ਬੱਚਾ ਸੀ, ਇਸ ਲਈ ਉਹ ਉਸ ਨੂੰ ਜਨਮ ਨਹੀਂ ਦੇਣਾ ਚਾਹੁੰਦੀ ਸੀ, ਪਰ ਉਹ ਉਸ ਦੇ ਸਰੀਰ ਵਿੱਚ ਪਲ ਰਿਹਾ ਸੀ। ਉਹ ਕੁਝ ਨਹੀਂ ਕਰ ਸਕਦੀ ਸੀ। ਮੇਰੀ ਬੇਟੀ ਨੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ। ਅਸੀਂ ਬੜੀ ਮੁਸ਼ਕਲ ਨਾਲ ਮੇਰੀ ਬੇਟੀ ਨੂੰ ਸਮਝਾਇਆ। ਮੇਰੇ ਦਿਲ ਨੂੰ ਵੀ ਸਕੂਨ ਨਹੀਂ ਮਿਲ ਰਿਹਾ ਸੀ। ਮੈਂ ਆਪਣੀ ਗਲਤੀ ਦਾ ਪਛਤਾਤਾਪ ਕਰਨਾ ਚਾਹੁੰਦਾ ਸੀ। ਮੈਂ ਰੱਬ ਅੱਗੇ ਰੋ ਰੋ ਕੇ ਪ੍ਰਾਰਥਨਾ ਕੀਤੀਆਂ ਕਿ ਕੋਈ ਆਸਾਨ ਰਸਤਾ ਕੱਢ ਦੇ ਤਾਂ ਕਿ ਮੇਰੀ ਬੇਟੀ ਦੀ ਜ਼ਿੰਦਗੀ ਆਸਾਨ ਹੋ ਜਾਵੇ ਤੇ ਮੇਰੇ ਦਿਲ ਨੂੰ ਵੀ ਸਕੂਨ ਮਿਲ ਜਾਵੇ। ਮੈਨੂੰ ਕਾਮਣੀ ਤੇ ਸ਼ੀਤਲ ਦੀ ਬੇਹੱਦ ਯਾਦ ਆ ਰਹੀ ਸੀ। ਮੇਰਾ ਮਨ ਕਰ ਰਿਹਾ ਸੀ ਕਿ ਉਹ ਦੋਨੋਂ ਮੇਰੇ ਸਾਹਮਣੇ ਆ ਜਾਣ ਤੇ ਮੈਂ ਉਹਨਾਂ ਤੋਂ ਮਾफ़ੀ ਮੰਗ ਲਵਾਂ। ਜਿਸ ਤਰ੍ਹਾਂ ਇੱਕ ਦਿਨ ਉਹ ਦੋਨੋਂ ਮੇਰੇ ਪੈਰਾਂ 'ਚ ਡਿੱਗ ਕੇ ਮੇਰੇ ਤੋਂ ਇਨਸਾਫ ਦੀ ਗੁਹਾਰ ਲਗਾ ਰਹੀਆਂ ਸੀ, ਇਸੇ ਤਰ੍ਹਾਂ ਮੈਂ ਉਹਨਾਂ ਦੋਹਾਂ ਦੇ ਪੈਰਾਂ ਵਿੱਚ ਡਿੱਗ ਕੇ ਉਹਨਾਂ ਨੂੰ ਕਹਾਂ ਕਿ ਮੈਨੂੰ ਮਾफ़ ਕਰ ਦਿਓ ਤਾਂ ਕਿ ਮੇਰੀ ਬੇਟੀ ਜਿਸ ਪਰੇਸ਼ਾਨੀ ਨਾਲ ਜੂਝ ਰਹੀ ਆ ਉਹ ਵੀ ਉਸ ਪਰੇਸ਼ਾਨੀ 'ਚੋਂ ਨਿਕਲ ਜਾਵੇ। ਪਰ ਮੈਂ ਉਹਨਾਂ ਨੂੰ ਬਹੁਤ ਲੱਭਿਆ, ਉਹ ਮੈਨੂੰ ਕਿਤੇ ਨਾ ਮਿਲੀਆਂ। ਮੈਨੂੰ ਇਹ ਗੱਲ ਰਿਅਲਾਈਜ਼ ਹੋ ਗਈ ਕਿ ਜਿਵੇਂ ਆਪਾਂ ਕਰਦੇ ਹਾਂ ਉਵੇਂ ਭਰਦੇ ਹਾਂ, ਇਸ ਦਾ ਬਦਲਾ ਇਸ ਦੁਨੀਆ ਵਿੱਚ ਹੀ ਮਿਲ ਕੇ ਰਹਿੰਦਾ। ਸੋ ਆਪਣੇ ਬੇਟੇ ਨੂੰ ਕਦੇ ਵੀ ਗਲਤ ਕੰਮ ਕਰਨ ਉੱਤੇ ਬੜਾਵਾ ਨਾ ਦਿਓ, ਬਲਕਿ ਆਪਣੇ ਬੇਟੇ ਨੂੰ ਸਮਝਾਓ ਅਤੇ ਜੋ ਗਲਤੀ ਤੁਹਾਡੇ ਬੱਚੇ ਕਰਦੇ ਆ ਉਸ ਨੂੰ ਸੁਧਾਰਨ ਦੀ ਕੋਸ਼ਿਸ਼ ਕਰੋ, ਕਿਉਂਕਿ ਆਪਣੀ ਔਲਾਦ ਦੇ ਬਲ ਹੋ ਕੇ ਤੁਸੀਂ ਆਪਣੇ ਬੱਚਿਆਂ ਦੇ ਲਈ ਮੁਸੀਬਤ ਮੁੱਲ ਲੈ ਰਹੇ ਹੋ। ਉੱਪਰ ਵਾਲਾ ਸਭ ਕੁਝ ਦੇਖ ਰਿਹਾ, ਉਹ ਇਸ ਦੁਨੀਆ ਵਿੱਚ ਹੀ ਇਨਸਾਫ ਕਰਕੇ ਰਹਿੰਦਾ। ਸੋ ਦੋਸਤੋ, ਇਹ ਸੀ ਸਾਡੀ ਅੱਜ ਦੀ ਕਹਾਣੀ। ਕਿਵੇਂ ਦੀ ਲੱਗੀ ਲਾਈਕ ਸ਼ੇਅਰ ਕਰਕੇ ਜ਼ਰੂਰ ਜਾਇਓ। ਜੇ ਚੈਨਲ 'ਤੇ ਕਹਾਣੀ ਨੂੰ ਪਹਿਲੀ ਵਾਰ ਸੁਣ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ। ਮਿਲਦੇ ਹਾਂ ਕਿਸੇ ਨਵੀਂ ਕਹਾਣੀ ਦੇ ਨਾਲ, ਤਦ ਤੱਕ ਸਤਿ ਸ਼੍ਰੀ ਅਕਾਲ।